ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ YouTube ਪੇਜ ਤੇ ਲਾਈਵ ਦੇਖ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ। तो 0172410255 ਇਹ ਨੰਬਰ ਹੈ। ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਆਪਣੇ ਕਮੈਂਟਸ ਦਿਓ, ਆਪਣੀ ਰਾਏ ਦਿਓ। ਤੁਹਾਡੀ ਹਰ ਇੱਕ ਮੁੱਦੇ ਤੇ ਰਾਏ ਬੇहद ਜ਼ਰੂਰੀ ਹੈ ਕਿਉਂਕਿ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਬਣਾਇਆ ਗਿਆ ਹੈ ਤੇ ਪੰਜਾਬ ਦੇ ਮੁੱਦੇ ਇਸ ਵਿੱਚ ਡਿਸਕਸ ਕੀਤੇ ਜਾਂਦੇ ਹੈ ਤੇ ਦੇਖਿਆ ਜਾਂਦਾ ਹੈ ਕਿ ਆਖਿਰ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੇ ਆਖਿਰ ਪੰਜਾਬ ਦੇ ਲੋਕੀ ਕੀ ਕਹਿਣਾ ਚਾਹੁੰਦੇ ਨੇ। ਤੇ ਅੱਜ ਦੇ ਮੁੱਦੇ ਦੀ ਗੱਲ ਕਰੀਏ ਤੇ ਅੱਜ ਦਾ ਮੁੱਦਾ ਜਿਹੜਾ ਹੈ ਉਹ ਹੈ ਕਿ ਕੇਂਦਰੀ ਏਜੰਸੀ ਵੱਲੋਂ ਜਿਹੜੇ ਇਨਪੁਟਸ ਦਿੱਤੇ ਗਏ ਨੇ। ਹੁਣ ਇਨਪੁਟਸ ਕੀ ਨੇ ਕਿ ਜੱਗੂ ਭਗਵਾਨਪੁਰੀਆ ਤੇ ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਜਿਹੜੇ ਕਿ ਫਿਲਹਾਲ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੈ, ਉਹਨਾਂ ਨੂੰ ਜਿਹੜਾ ਹੈ ਖਤਰਾ ਹੈ, ਯਾਨੀ ਕਿ ਗੈਂਗ ਵਾਰ ਦਾ ਇੱਕ ਅਲਰਟ ਜਾਰੀ ਕੀਤਾ ਹੈ ਤੇ ਜਿਸ ਨੂੰ ਲੈ ਕੇ ਕੇਂਦਰੀ ਖੂਫੀਆ ਏਜੰਸੀਜ਼ ਨੇ ਇੱਕ ਲੈਟਰ ਜਿਹੜਾ ਹੈ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਹੈ ਤੇ ਕਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਗੈਂਗ ਵਾਰ ਨੂੰ ਰੋਕਿਆ ਜਾਵੇ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ 2-3 ਦਿਨਾਂ ਤੋਂ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਪਹਿਲਾਂ ਤਾਂ ਮਨਕੀਰਤ ਔਲਖ ਜਿਹੜੇ ਕਿ ਪੰਜਾਬੀ ਸਿੰਗਰ ਨੇ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲਿੱਤਾ ਜਾਏਗਾ। ਤੇ ਦੂਜੇ ਪਾਸੇ ਹੁਣ ਇਹ ਕਹਿਣਾ ਕਿ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ। ਤੁਹਾਨੂੰ ਇਹ ਵੀ ਯਾਦ ਕਰਾ ਦਿੰਦੇ ਕਿ ਇਸ ਤੋਂ ਪਹਿਲਾਂ ਜਿਹੜੇ ਸੁੱਖਾ ਕਾਲਵਾ ਹੈ, ਜਿਹੜੇ ਕਿ ਗੈਂਗਸਟਰ ਸੀਗੇ, ਉਹ ਵੀ ਪੁਲਿਸ ਕਸਟਡੀ ਦੇ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਵੇਲੇ ਵੀ ਕਾਫੀ ਸਵਾਲ ਚੁੱਕੇ ਗਏ ਸੀ। ਲੇਕਿਨ ਹੁਣ ਇਸ ਤਰੀਕੇ ਦੇ ਅਲਰਟ ਖੂਫੀਆ ਏਜੰਸੀ ਜਾਰੀ ਕਰਦੀ ਹੈ ਤੇ ਕਹਿੰਦੀ ਹੈ ਕਿ ਗੈਂਗਸਟਰ ਨੂੰ ਲੈ ਕੇ ਅਲਰਟ ਹੋ ਜੋ ਗੈਂਗ ਵਾਰ ਹੋ ਸਕਦੀ ਹੈ। ਤੇ ਦੂਜੇ ਪਾਸੇ ਇੱਕ ਹੋਰ ਤੁਹਾਨੂੰ ਘਟਨਾ ਦੱਸ ਦਿੰਦੇ ਆ ਕਿ ਬਠਿੰਡਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰ ਉੱਥੇ ਬੰਦ ਨੇ ਉਹ ਹੁਣ ਪੁਲਿਸ ਦੇ ਜਿਹੜੇ ਉੱਥੇ ਸੁਪਰੀਡੈਂਟ ਨੇ, ਜੇਲ੍ਹ ਸੁਪਰੀਡੈਂਟ, ਉਹਨਾਂ ਨੂੰ ਧਮਕਾ ਰਹੇ ਨੇ। ਦਰਅਸਲ ਮਾਜਰਾ ਇਹ ਹੈ ਕਿ ਉਹ ਉੱਥੇ ਜਾਂਦੇ ਚੈਕਿੰਗ ਕਰਨ ਵਾਸਤੇ, ਲੇਕਿਨ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਚੈਕਿੰਗ ਕਰੀ ਤਾਂ ਠੀਕ ਨਹੀਂ ਹੋਏਗਾ। ਹੁਣ ਇਸ ਤਰੀਕੇ ਦੇ ਨਾਲ ਜੇਕਰ ਐਂਟੀ ਗੈਂਗਸਟਰ ਟਾਸਕ ਫੋਰਸ ਸਰਕਾਰ ਬਣਾ ਰਹੀ ਹੈ ਤਾਂ ਉਸ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਜੇਕਰ ਧਮਕੀਆਂ ਮਿਲ ਰਹੀਆਂ ਤੇ ਫਿਰ ਸਰਕਾਰ ਦੀ ਜਿਹੜੀ ਇਹ ਕੋਸ਼ਿਸ਼ਾਂ ਹੈ ਗੈਂਗਸਟਰਸ ਨੂੰ ਨਕੇਲ ਪਾਸ ਦੇ ਨੱਥ ਪਾਉਣ ਦੀ, ਤੇ ਆਖਿਰ ਕਿੱਦਾਂ ਸਰਕਾਰ ਕਾਮਯਾਬ ਹੋਗੀ, ਸਵਾਲ ਇਹ ਬਣਦਾ ਹੈ। ਤੇ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਸਰ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਸਤਿ ਸ਼੍ਰੀ ਅਕਾਲ। ਸ਼ਸ਼ੀਕਾਂਤ ਸਰ, ਗੈਂਗਸਟਰਸ ਨੂੰ ਲੈ ਕੇ ਅਸੀਂ ਅਕਸਰ ਬਾਤ ਕਰਦੇ ਹਾਂ, ਲਾਅ ਐਂਡ ਆਰਡਰ ਨੂੰ ਲੈ ਕੇ ਅਸੀਂ ਅਕਸਰ ਗੱਲਾਂ ਕਰਦੇ ਹਾਂ ਕਿ ਸਥਿਤੀ ਸੁਧਰਨੀ ਚਾਹੀਦੀ ਹੈ, ਇਹ ਹੋਣਾ ਚਾਹੀਦਾ ਹੈ, ਉਹ ਹੋਣਾ ਚਾਹੀਦਾ ਹੈ। ਲੇਕਿਨ ਗੈਂਗਸਟਰਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਐਂਟੀ ਗੈਂਗਸਟਰ ਟਾਸਕ ਫੋਰਸ ਸਰਕਾਰ ਨੇ ਬਣਾਈ, ਲੇਕਿਨ ਹੁਣ ਖੂਫੀਆ ਇਨਪੁਟਸ ਇਹ ਆ ਰਹੇ ਨੇ ਕਿ ਗੈਂਗ ਵਾਰ ਹੋ ਸਕਦੀ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਕਿ ਡਰ ਨਹੀਂ ਰਿਹਾ ਗੈਂਗਸਟਰਸ ਨੂੰ ਸਰਕਾਰ ਦਾ? ਦੇਖੋ, ਪੰਜਾਬ ਦੇ ਵਿੱਚ ਗੈਂਗ ਵਾਰ ਜਿਹੜੀ ਹੈਗੀ ਹੈ ਅਨਫੋਰਚੂਨੇਟਲੀ ਤੇ ਕਾਫੀ ਸਮਾਂ ਤੋਂ ਚੱਲੀ ਆ ਰਹੀ ਹੈਗੀ ਹੈ। ਕਾਰਨ ਉਹੀ ਸੀ ਕਿ ਕੁਝ ਜਿਹੜੇ ਗੈਂਗਸਟਰ ਸੀ, ਕੁਝ ਨੂੰ ਕੋਈ ਸੈਕਸ਼ਨ ਹੈਗਾ ਪੋਲੀਟੀਸ਼ੀਅਨਸ ਦਾ ਜਾਂ ਕੋਈ ਸੈਕਸ਼ਨ ਹੈਗਾ ਪੁਲਿਸ ਵਾਲਿਆਂ ਦਾ ਜਾਂ ਹੋਰ ਸਮਾਜ ਦੇ ਵਿੱਚ ਜਿਹੜੇ ਕੁਝ ਹੋਰ ਇਨਫਲੂਐਂਸ਼ੀਅਲ ਵਿਅਕਤੀ ਹੈਗੇ ਨੇ, ਇਨਸਾਨ ਹੈਗੇ ਨੇ, ਉਹਨਾਂ ਦਾ ਥੋੜਾ ਮੋਟਾ ਸੁਰੱਖਿਆ ਪ੍ਰਾਪਤ ਸੀ। ਤੁਸੀਂ ਸੁੱਕਾ ਕਾਲਵਾ ਵਗੈਰਾ ਸਾਰੇ ਦੇ ਨਾਂ ਦਿੱਤੇ ਹੈਗੇ। ਪਰ ਹੁਣ ਜਿਹੜੀ ਗੈਂਗ ਵਾਰ ਦਾ ਜਿਹੜੀ ਚਿੰਤਾ ਹੋ ਰਹੀ ਹੈ, ਜਿਹਦੇ ਬਾਰੇ ਸੈਂਟਰਲ ਏਜੰਸੀਜ਼ ਤੋਂ ਵੀ ਆਇਆ ਹੈਗਾ, ਇਹ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ, ਬੰਬੀਹਾ ਗਰੁੱਪ ਵੱਲੋਂ ਆ ਰਿਹਾ ਹੈਗਾ, ਬੰਬੀਹਾ ਗਰੁੱਪ ਵੱਲੋਂ ਉਹਨਾਂ ਨੂੰ ਖਤਰਾ ਹੈਗਾ। ਔਰ ਇਹ ਸਾਰਾ ਜਿਹੜਾ ਖਤਰੇ ਦੀ ਗੱਲ ਹੈਗੀ ਹੈ, ਇਹ ਵੀ ਤੁਹਾਨੂੰ ਪਤਾ ਹੈਗਾ, ਸਾਰੀ ਗੱਲ ਸ਼ੁਰੂ ਹੋਈ ਸੀ ਮਿੱਧੂ ਖੇੜਾ ਦੇ ਮਰਡਰ ਦੇ ਬਾਅਦ। ਮਿੱਧੂ ਖੇੜਾ ਦਾ ਮਰਡਰ ਹੋਇਆ, ਉਹਦੇ ਬਾਅਦ ਬੰਬੀਹਾ ਗੈਂਗ ਨੇ ਮਰਡਰ ਕੀਤਾ ਔਰ ਮੇ ਬੀ ਦੇ ਹੈਡ ਕੰਸਪਾਇਰਡ ਅਲੋਂਗ ਵਿਦ ਅਦਰਸ। ਉਹਨਾਂ ਨੇ ਕਿਹਾ ਕਿ ਅਸੀਂ ਇਹਦਾ ਬਦਲਾ ਲੈਂਗੇ ਔਰ ਲਾਸਟ ਇੱਕ ਓਪਨ ਵਾਰਨਿੰਗ ਜਿਹੜੀ ਹੈਗੀ ਹੈ ਕੁਝ ਸਮਾਂ ਪਹਿਲੇ ਜਦੋਂ ਮੂਸੇਵਾਲਾ ਦਾ ਮਰਡਰ ਹੋਇਆ ਹੈਗਾ, ਉਹਦੇ ਬਾਅਦ ਵੀ ਆਏ ਸੀ ਬੰਬੀਹਾ ਗਰੁੱਪ ਵੱਲੋਂ ਕਿ ਅਸੀਂ ਬਦਲਾ ਲਿਆਂਗੇ ਮੂਸੇਵਾਲੇ ਦੇ ਮਰਡਰ ਦਾ। ਹਾਂ, ਇਹ ਜਿਹੜੀ ਗੱਲ ਹੈਗੀ ਹੈ ਨੋ ਡਾਊਟ ਇਹ ਤਾਂ ਬਹੁਤ ਚਿੰਤਾਜਨਕ ਹੈਗੀ ਹੈ ਕਿ ਇਹ ਸਿਚੁਏਸ਼ਨ ਜੇ ਗੈਂਗ ਵਾਰ ਇਸ ਤਰ੍ਹਾਂ ਦੀ ਸ਼ੁਰੂ ਹੋ ਜਾਂਦੀ ਹੈਗੀ ਹੈ ਪੰਜਾਬ ਦੇ ਵਿੱਚ, ਰੱਬ ਨਾ ਕਰੇ, ਤਾਂ ਖਤਰਾ ਤਾਂ ਬਹੁਤ ਹੋਏਗਾ। ਔਰ ਦੂਜੀ ਗੱਲ ਮੈਂ ਕਹਾਂਗਾ ਕਿ ਇਹ ਸੈਂਟਰਲ ਇੰਟੈਲੀਜੈਂਸ ਦਾ ਜਿਹੜਾ ਇਨਪੁਟ ਆਇਆ ਹੈਗਾ, ਜੇ ਸਾਡੀ ਜਿਹੜੀ ਓਪਨ ਇਨਫੋਰਮੇਸ਼ਨ ਹੈਗੀ, ਜਿਹੜੀ ਅਖਬਾਰਾਂ ਦੇ ਵਿੱਚ ਤੇ ਪੰਜਾਬ ਦੇ ਜਿਹੜੇ ਰਸਾਲੇ ਹੈਗੇ ਉਹਨਾਂ ਦੇ ਵਿੱਚ ਵੀ ਆਈ ਸੀ ਜਦੋਂ ਮੂਸੇਵਾਲਾ ਦੇ ਮਰਡਰ ਦੇ ਬਾਅਦ ਬੰਬੀਹਾ ਗਰੁੱਪ ਨੇ ਕਿਹਾ ਸੀ ਕਿ ਉਹ ਉਹਨੂੰ ਬਦਲਾ ਲੈਣਗੇ ਤੇ ਇਹਦਾ ਕਰਨ। ਇਸ ਕੌਸ਼ਨ ਜਿਹੜਾ ਹੈਗਾ ਹੋਣਾ ਚਾਹੀਦਾ ਹੈਗਾ। ਔਰ ਕਾਫੀ ਸਮਾਂ ਮੈਂ ਪੁਲਿਸ ਤੇ ਕੰਮ ਕੀਤਾ, ਇੰਟੈਲੀਜੈਂਸ ਏਜੰਸੀਜ਼ ਦੇ ਵਿੱਚ ਕੰਮ ਕੀਤਾ। ਜਦੋਂ ਵੀ ਅਸੀਂ ਕੋਈ ਵੀ ਥ੍ਰੈਟ ਪਰਸੈਪਸ਼ਨ ਲੈ ਕੇ ਚੱਲਦੇ ਹੈਗੇ ਹਾਂ ਕਿ ਕੀ ਹੋ ਸਕਦਾ ਹੈ, ਅਸੀਂ ਹਮੇਸ਼ਾ ਮਾੜੇ ਤੋਂ ਮਾੜਾ ਸੋਚ ਕੇ ਫਿਰ ਪਲੈਨਿੰਗ ਕਰਦੇ ਹੈਗੇ ਕਿ ਜਿਹੜਾ ਪਿਟ ਹੈਗਾ, ਜਿਹੜਾ ਕਿ ਇੱਕ ਗੱਡਾ ਹੈਗਾ, ਜਿਹੜਾ ਕਿ ਇੱਕ ਖੂਹ ਹੈਗਾ, ਕਿੰਨਾ ਡੂੰਘਾ ਹੈਗਾ, ਕਿੰਨੇ ਡੂੰਘੇ ਤੋਂ ਡੂੰਘੇ ਬੰਦਾ ਜਾ ਸਕਦਾ ਹੈਗਾ। ਤੇ ਦਿਸ ਇਜ਼ ਅਬਾਊਟ ਟਾਈਮ ਕਿ ਜਿਹੜੇ ਇਨਪੁਟਸ ਆ ਰਹੇ ਹੈਗੇ ਨੇ, ਪੰਜਾਬ ਸਰਕਾਰ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਹੈ
ਤੇ ਪੰਜਾਬ ਸਰਕਾਰ ਨੂੰ ਇੱਥੇ ਮੈਂ ਇੱਕ ਹੋਰ ਗੱਲ ਕਹਾਂਗਾ ਤੁਹਾਡੇ ਹੂੰ ਟੀਵੀ ਦੇ ਰਾਹੀਂ ਤੇ ਮਾਰਫਤ ਕਿ ਜਿਹੜੇ ਸੈਕਸ਼ਨਸ ਪਹਿਲੇ ਜ਼ਮਾਨੇ ਦੇ ਵਿੱਚ ਚਾਹੇ ਪੁਲਿਸ ਦੇ ਹੈਗੇ ਨੇ, ਚਾਹੇ ਸੈਕਸ਼ਨ ਆਫ ਦ ਪੋਲੀਟੀਸ਼ੀਅਨ ਹੈਗਾ ਹੈ, ਸਮਾਜ ਦਾ ਕੋਈ ਬਹੁਤ ਉੱਚਾ ਬੰਦਾ ਹੈਗਾ ਹੈ, ਉਹਨਾਂ ਦੇ ਐਂਟੀਸੀਡੈਂਟਸ ਜ਼ਰੂਰ ਇੱਕ ਵਾਰੀ ਫਿਰ ਤੋਂ ਵੈਰੀਫਾਈ ਕਰਨ ਦੀ ਲੋੜ ਹੈਗੀ ਹੈ। ਕਿਉਂਕਿ ਇਹ ਜਿਹੜੇ ਗੈਂਗਸਟਰਸ ਹੈਗੇ ਨੇ ਜਿਨ੍ਹਾਂ ਨੂੰ ਕੋਈ ਦੂਜੀ ਸਟੇਟਾਂ 'ਚ ਬਾਹੂਬਲੀ ਕਿਹਾ ਜਾਂਦਾ ਹੈਗਾ ਹੈ, ਕੰਮ ਆਉਂਦੇ ਹੈਗੇ ਨੇ, ਕੁਝ ਸੈਕਸ਼ਨ ਹੈਗਾ ਪੁਲਿਸ ਵਾਲੇ ਉਹ ਵੀ ਇਹਨਾਂ ਦਾ ਇਸਤੇਮਾਲ ਕਰਦੇ ਹੈਗੇ, ਸੈਕਸ਼ਨ ਆਫ ਪੋਲੀਟੀਸ਼ੀਅਨਸ ਉਹ ਵੀ ਇਸਤੇਮਾਲ ਕਰਦੇ ਹੈਗੇ ਨੇ। ਕੋਈ ਕਰਦਾ ਹੈ ਵੋਟਾਂ ਦੀ ਉਗਰਾਹੀ ਲਈ, ਕੋਈ ਕਰਦਾ ਹੈ ਪੈਸੇ ਦੀ ਉਗਰਾਹੀ ਲਈ ਵਗੈਰਾ ਵਗੈਰਾ। ਤੇ ਜਦੋਂ ਤੱਕ ਇਹ ਪੂਰੀ ਇੱਕ ਕਵਾਇਦ ਨਹੀਂ ਹੋਏਗੀ, ਐਕਸਰਸਾਈਜ਼ ਨਹੀਂ ਹੋਏਗੀ ਕਿ ਪਿਛਲੇ ਦਿਨਾਂ 'ਚ ਜਿਹੜੇ ਇੰਟਰੋਗੇਸ਼ਨ ਰਿਪੋਰਟਸ, ਇੰਟੈਲੀਜੈਂਸ ਰਿਪੋਰਟਸ ਜਿਹੜੀ ਹੈਗੀਆਂ ਨੇ ਉਹਨਾਂ ਨੂੰ ਖੋਲ ਕੇ ਇਹ ਡੂੰਘਾਈ ਦੇ ਨਾਲ ਜੇ ਇਹਨਾਂ ਦੇ ਪੁਰਾਣੇ ਲਿੰਕਸ ਨਹੀਂ ਖੋਲ੍ਹੇ ਜਾਣਗੇ, ਮੈਂ ਸਮਝਦਾ ਹੈਗਾ ਕਿ ਬੜਾ ਔਖਾ ਕੰਮ ਹੈਗਾ ਪੰਜਾਬ ਨੂੰ ਕੰਟਰੋਲ ਕਰਨਾ। ਔਰ ਸਿਰਫ ਪੰਜਾਬ ਹੀ ਕਿਉਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਵੀ ਭਾਜੀ ਕਿ ਜਦੋਂ ਮੂਸੇਵਾਲਾ ਦਾ ਮਰਡਰ ਹੋਇਆ, ਕੋਈ ਬੰਦਾ ਕਹਿੰਦੇ ਨੇ ਗੁਜਰਾਤ ਵਿੱਚ ਸੀ, ਕੋਈ ਕਿਤੇ ਮਹਾਰਾਸ਼ਟਰ ਦੇ ਵਿੱਚ ਸੀ। ਜਦੋਂ ਲਿੰਕ ਖੋਲ੍ਹਣ ਸ਼ੁਰੂ ਹੋਣਗੇ ਤੇ ਸਾਰੀ ਸਟੇਟਾਂ ਦੇ ਵਿੱਚ ਨੈਚੁਰਲੀ ਖੋਲ੍ਹੇ ਜਾਣਗੇ। ਕਿਤੇ ਨਾ ਕੋਈ ਥਾਂ ਤੇ ਹੈਗੀ ਜਿੱਥੇ ਇਹਨਾਂ ਨੂੰ ਪ੍ਰੋਟੈਕਸ਼ਨ ਮਿਲਦਾ ਹੈਗਾ, ਜਿੱਥੇ ਕਿ ਇਹਨਾਂ ਨੂੰ ਛੁਪਣ ਦੀ ਥਾਂ ਮਿਲਦੀ ਹੈਗੀ। ਦਿਸ ਇਜ਼ ਦ ਟਾਈਮ ਜਦੋਂ ਕਾਫੀ ਡਿਟੇਲਡ ਇੱਕ ਉਹਦੇ 'ਚ ਬ੍ਰੇਨਸਟੋਰਮਿੰਗ ਕਰਕੇ ਸਾਰੀ ਗੱਲ ਨੂੰ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਹੈਗਾ। ਔਰ ਇਟਸ ਅਬਾਊਟ ਟਾਈਮ ਕਿ ਸਿਰਫ ਪਤਾ ਹੀ ਨਾ ਹੋ, ਐਕਸ਼ਨ ਲੈਣਾ ਚਾਹੀਦਾ ਹੈ। ਸਰ ਕੋਆਰਡੀਨੇਸ਼ਨ ਦੀ ਗੱਲ ਕਰਦੇ ਹਾਂ ਕਿ ਸੈਂਟਰਲ ਏਜੰਸੀਜ਼ ਇਨਪੁਟਸ ਤਾਂ ਦਿੰਦੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੀ ਇਨਪੁਟਸ ਦਿੰਦੀਆਂ ਆ ਰਹੀਆਂ ਨੇ, ਲੇਕਿਨ ਸਟੇਟ ਏਜੰਸੀਜ਼ ਉਸ 'ਤੇ ਕਿੱਦਾਂ ਕੰਮ ਕਰਦੀ ਹੈ, ਕਿ ਉਹ ਉਸ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ? ਆਖਿਰ ਇਸ ਵਿੱਚ ਕਿੰਨਾ ਕਿ ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਦੇਖਣ ਨੂੰ ਮਿਲਦਾ ਹੈ ਅਕਸਰ? ਦੇਖੋ ਕੋਆਰਡੀਨੇਸ਼ਨ ਦੇ ਵਿੱਚ ਇੱਕ ਬੜੀ ਬਦਕਿਸਮਤੀ ਵਾਲੀ ਗੱਲ ਹੈਗੀ ਹੈ। ਹੂੰ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਹੈਗਾ ਉਹ ਹੈਗਾ ਕੋਆਰਡੀਨੇਸ਼ਨ ਜਿਹੜਾ ਹੈਗਾ ਵਰਕਬੁੱਕ ਏਜੰਸੀਜ਼ ਦੇ ਵਿਚਕਾਰ ਜਾਂ ਵਰਕਬੁੱਕ ਸਟੇਟਸ ਦੇ ਵਿਚਕਾਰ, ਇਹ ਸਾਰੀ ਇੱਕ ਪਰਸਨਲ ਰਿਲੇਸ਼ਨਸ਼ਿਪ ਹੁੰਦੀ ਹੈਗੀ ਹੈ ਕਿ ਮੈਂ ਜਾ ਰਿਹਾ ਹੈਗਾ ਕਿਸੇ ਕੋਆਰਡੀਨੇਸ਼ਨ ਮੀਟਿੰਗ ਦੇ ਵਿੱਚ। ਫੋਰ ਐਗਜ਼ਾਮਪਲ, ਹੂੰ ਮੈਂ ਜਿਸ ਥਾਂ 'ਤੇ ਜਾ ਰਿਹਾ ਹੈਗਾ ਉਹਨਾਂ ਨੂੰ ਮੇਰੀ ਸ਼ਕਲ ਨਹੀਂ ਪਸੰਦ ਹੈਗਾ, ਕਹਿੰਦੇ ਕਿ ਦੇ ਡੋਂਟ ਲਾਈਕ ਮੀ। ਇਸ ਦਾ ਮੈਨੂੰ ਪਤਾ ਹੈਗਾ ਕਿ ਪੰਜਾਬ ਪੁਲਿਸ ਦੇ ਵਿੱਚ ਕੁਛ ਅਫਸਰ ਹੀ ਸਨ, ਉਹਨਾਂ ਦਾ ਕਹਿਣਾ ਸੀ ਕਿ ਸ਼ਿਕਾਂਤ ਨੂੰ ਜਦ ਮਿਲੇ ਤਾਂ ਮਾਰ ਹੀ ਦਿਓ ਉਹਨੂੰ, ਤੇ ਉਹਨੂੰ ਤੇ ਥੱਪੜ ਮਾਰਨ ਦਾ ਮਨ ਹੈਗਾ। ਦੈਟਸ ਕਾਈਂਡ ਆਫ ਇਸ ਇੰਟਰਪਰਸਨਲ ਰਿਲੇਸ਼ਨਸ਼ਿਪ ਠੀਕ ਹੈਗੀ ਹੈ ਤਾਂ ਕੋਆਰਡੀਨੇਸ਼ਨ ਵਰਕਸ। ਪੁਲਿਸ ਦੀ ਜੇ ਗੱਲ ਕਰੀਏ, ਜੇ ਅਸੀਂ ਸਿਆਸਤ ਵੱਲ ਗੱਲ ਕਰੀਏ, ਜੇ ਪੋਲੀਟੀਕਲ ਸਰਕਲਸ ਹੈਗੇ ਨੇ, ਪੋਲੀਟੀਕਲ ਪਾਰਟੀਆਂ ਜਿਹੜੀਆਂ ਉੱਥੇ ਕਾਬਜ਼ ਹੈਗੀਆਂ ਨੇ, ਕਿਉਂਕਿ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ ਲੱਗੇ, ਪਰ ਇਹ ਜੇ ਹਕੀਕਤ ਹੈਗੀ ਹੈ ਕਿ ਪੁਲਿਸ ਤੇ ਐਡਮਿਨਿਸਟ੍ਰੇਟਿਵ ਏਜੰਸੀ ਜਿਹੜੀ ਹੁੰਦੀਆਂ ਨੇ ਇਸ ਬੇਸਿਕਲੀ ਜਿਹੜੇ ਕਿ ਸਰਕਾਰਾਂ ਹੈਗੀਆਂ ਨੇ ਉਹਨਾਂ ਦੇ ਗੁਲਾਮ ਹੁੰਦੇ ਹੈਗੇ। ਫੋਨ ਆਉਂਦਾ ਹੈਗਾ, ਰਿਸਪੌਂਸ ਹੁੰਦੀ ਹੈ, ਹੁਕਮ ਹਜੂਰ, ਜੀ ਹਾਂਜੀ ਹੋ ਜਾਏਗਾ ਜਨਾਬ, ਚਿੰਤਾ ਨਾ ਕਰੋ, ਫਿਕਰ ਨਾ ਕਰੋ। ਤੇ ਇਹ ਦੋਵੇਂ ਗੱਲਾਂ ਹੈਗੀਆਂ ਨੇ ਕਿ ਸਟੇਟ ਦੀ ਜਿਹੜੀ ਪੋਲੀਟੀਕਲ ਏਜੰਸੀਜ਼ ਹੈਗੀਆਂ ਨੇ, ਸਰਕਾਰਾਂ ਹੈਗੀਆਂ ਨੇ, ਉਹਨਾਂ ਦਾ ਪੋਲੀਟੀਕਲ ਪੱਧਰ ਤੇ ਵੀ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ ਚੰਗਾ। ਔਰ ਹੂੰ ਜੇ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਅਫਸਰ ਜਿਹੜੇ ਹੈਗੇ ਨੇ, ਤਾਂ ਹੀ ਅਸੀਂ ਕਹਿੰਦੇ ਹੈਗੇ ਕਿ ਅਫਸਰਾਂ ਦੇ ਵਿਚਕਾਰ ਇੱਕ ਮੇਲ ਮਿਲਾਪ ਜ਼ਰੂਰ ਹੋਣਾ ਚਾਹੀਦਾ ਹੈਗਾ ਹੈ। ਔਰ ਤੁਹਾਨੂੰ ਪਤਾ ਹੈਗਾ ਕਿ ਜਦੋਂ ਸਾਡੀ ਟ੍ਰੇਨਿੰਗ ਹੁੰਦੀ ਸੀ, ਹੁਣ ਵੀ ਹੁੰਦੀ ਹੈਗੀ, ਪਹਿਲੇ ਸਾਰੇ ਜਿੰਨੇ ਇਕੱਠੇ ਸਿਲੈਕਟ ਹੁੰਦੇ ਨੇ ਉਹਨਾਂ ਨੂੰ ਮਸਤੂਰੀ ਰੱਖਿਆ ਜਾਂਦਾ ਹੈਗਾ 3 ਮਹੀਨੇ ਲਾਲ ਬਹਾਦਰ ਸ਼ਾਸਤਰੀ ਅਕੈਡਮੀ ਦੇ ਵਿੱਚ, ਤਾਂ ਕਿ ਉਹਨਾਂ ਦੇ ਵਿਚਕਾਰ ਤਾਲਮੇਲ ਬਣ ਜਾਏ। ਔਰ ਭਵਿੱਖ ਦੇ ਵਿੱਚ ਜੇ ਲੋੜ ਪਏ ਇੱਕ ਫੋਰਸ ਦੀ, ਇੱਕ ਏਜੰਸੀ ਦੀ, ਇੱਕ ਨੌਕਰੀ ਪੇਸ਼ਾ ਦੀ ਦੂਜੇ ਦੇ ਨਾਲ, ਉਹਨਾਂ ਦੇ ਨਾਲ ਕੋਆਰਡੀਨੇਸ਼ਨ ਬਣੇ। ਇਹ ਹੈਗਾ ਕਿ ਕਾਂਟ ਟੇਕ ਕੋਆਰਡੀਨੇਸ਼ਨ ਫॉर ਗ੍ਰਾਂਟਡ। ਕਾਫੀ ਸਾਰੇ ਫੈਕਟਰਸ ਹੁੰਦੇ ਹੈਗੇ ਨੇ ਜਿਨ੍ਹਾਂ ਦਾ ਬਹੁਤ ਉਹਦੇ 'ਚ ਇਨਫਲੂਐਂਸ ਹੁੰਦਾ ਹੈਗਾ, ਬਹੁਤ ਉਹਦੇ 'ਚ ਜ਼ੋਰ ਪੈਂਦਾ। ਬਿਲਕੁਲ ਸਰ, ਤੁਸੀਂ ਗੱਲ ਕਹੀ ਕਿ ਜਿਹੜੀ ਕੋਆਰਡੀਨੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ, ਲੇਕਿਨ ਹੁੰਦਾ ਨਹੀਂ ਹੈ, ਅਕਸਰ ਦੇਖਿਆ ਗਿਆ ਹੈ। ਕੱਲ੍ਹ ਹਾਈਕੋਰਟ ਦਾ ਇੱਕ ਫੈਸਲਾ ਵੀ ਤੁਸੀਂ ਦੇਖਿਆ ਹੋਣਾ, ਜੀ VVIPs ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਵਾਪਸ ਲਿੱਤੀ ਗਈ ਸੀ, ਤੇ ਹਾਈਕੋਰਟ ਨੇ ਕਿਹਾ ਹੈ ਕਿ ਮੁੜ ਤੋਂ ਬਹਾਲ ਕੀਤਾ ਜਾਵੇ। ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ? ਤੇ ਇਸ ਤੋਂ ਇਲਾਵਾ ਇੱਕ ਹੋਰ ਇਨਪੁਟ ਜਿਹੜੇ ਹੈ ਉਹ ਸੈਂਟਰਲ ਏਜੰਸੀ ਵੱਲੋਂ ਦਿੱਤੇ ਗਏ, ਜਿਸ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ 10 ਲੀਡਰ ਜਿਹੜੇ ਕਿ ਵੱਖ-ਵੱਖ ਪਾਰਟੀਆਂ ਤੋਂ ਸੰਬੰਧਿਤ ਨੇ, ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਹੈ। ਹੁਣ ਇਹ ਜਿਹੜੀ ਥ੍ਰੈਟ ਪਰਸੈਪਸ਼ਨ ਦੀ ਅਸੀਂ ਗੱਲ ਕਰਦੇ ਹਾਂ, ਤੇ ਕੌਣ ਇਹ ਦੇਖਦਾ ਹੈ ਕਿ ਕਿਸ ਨੂੰ ਕਿੰਨਾ ਕੀ ਥ੍ਰੈਟ ਪਰਸੈਪਸ਼ਨ ਹੈ, ਕਿੱਦਾਂ ਇਹ ਸਾਰੀ ਮੀਟਿੰਗਸ ਹੁੰਦੀ ਹੈ, ਕੀ ਸੈਂਟਰਲ ਏਜੰਸੀ ਦੱਸਦੀ ਹੈ ਜਾਂ ਫਿਰ ਸਟੇਟ ਏਜੰਸੀਜ਼ ਦਾ ਵੀ ਕੰਮ ਹੁੰਦਾ ਹੈ? ਥ੍ਰੈਟ ਪਰਸੈਪਸ਼ਨ ਜਿਹੜਾ ਹੈਗਾ ਇੱਕ ਬੜਾ, ਮੈਂ ਸਮਝਦਾ ਡਾਈਸੀ ਜਿਹਾ ਵਰਡ ਹੈਗਾ। ਉਹ ਵੀ ਇੱਕ ਸਮਾਂ ਦੇਖਿਆ ਹੈਗਾ ਮੈਂ, ਜਦੋਂ ਕਿ ਕਈ ਵਾਰੀ ਇਸ਼ਾਰੇ ਹੁੰਦੇ ਸਨ, ਇਸ਼ਾਰੇ ਕੇ ਸਿੱਧਾ ਹੁਕਮ ਆਉਂਦਾ ਸੀ, ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਸਾਰੇ ਹੁਕਮ ਦੇ ਤਾਬੇਦਾਰ ਹੁੰਦੇ ਹੈਗੇ ਨੌਕਰੀ ਦੀ ਵਿੱਚ, ਅਨਫੋਰਚੁਨੇਟਲੀ ਬਦਕਿਸਮਤੀ ਦੇ ਨਾਲ, ਕਿ ਜੀ ABC ਦੇ ਕਿਸੇ ਇਨਸਾਨ ਨੂੰ ਸੁਰੱਖਿਆ ਦੇਣੀ ਹੈਗੀ ਹੈ, ਚਾਹੇ ਉਹ ਪੰਜਾਬ 'ਚ ਰਹਿ ਰਿਹਾ ਹੈਗਾ, ਚਾਹੇ ਮੈਨੂੰ ਪਤਾ ਕੁਝ ਬੰਦੇ ਉਸ ਵੇਲੇ
ਪੁਰਾਣੇ ਸਮਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਰਹਿੰਦੇ ਸਨ, ਕੁਝ ਬੰਦੇ ਜਿਹੜੇ ਹੈਗੇ ਨੇ ਹਰਿਆਣਾ ਦੇ ਵਿੱਚ ਵੀ ਰਹਿੰਦੇ ਸਨ, ਇਸ ਤਰ੍ਹਾਂ ਦੀ ਗੱਲਾਂ ਸਨ। ਤੇ ਹੁਕਮ ਆਉਂਦਾ ਸੀ ਇਹਨਾਂ ਨੂੰ ਸਿਕਿਉਰਿਟੀ ਦੇਣੀ ਹੋਵੇਗੀ। ਅਬ ਜਦੋਂ ਸਿਕਿਉਰਿਟੀ ਦੀ ਗੱਲ ਆਉਂਦੀ ਹੈਗੀ ਹੈ ਤੇ ਜਿਸ ਤਰ੍ਹਾਂ ਸਰਕਾਰੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈਗਾ, ਫਾਈਲ ਦਾ ਢਿੱਡ ਤੇ ਭਰਨਾ ਹੈਗਾ। ਕੱਲ ਜੇ ਕੋਈ ਇਨਕੁਆਰੀ ਬਹਿ ਗਈ ਤੇ ਫਿਰ ਇਹ ਤੇ ਨਹੀਂ ਚਾਹੇਗਾ ਕੋਈ ਅਫਸਰ ਕਿ ਉਹਦੀ ਪਿੱਛੇ ਉਹਦੇ 'ਚ ਫਸ ਜਾਏ। ਤੇ ਉਹਦੇ ਬਾਅਦ ਹੁੰਦਾ ਸੀ, ਹੁਣ ਵੀ ਹੁੰਦਾ ਹੈਗਾ, ਹੁੰਦਾ ਹੋਏਗਾ, ਚੱਲਦਾ ਰਹੇਗਾ ਹਮੇਸ਼ਾ ਜਦੋਂ ਤੱਕ ਸਰਕਾਰਾਂ ਹੈਗੀਆਂ ਨੇ, ਸਾਡਾ ਸਿਸਟਮ ਹੈਗਾ ਹੈ ਕਿ ਡਿਸਟ੍ਰਿਕਟ ਪੁਲਿਸ ਤੋਂ ਵੀ ਇਨਫੋਰਮੇਸ਼ਨ ਲੈ ਲਿਓ, ਇੰਟੈਲੀਜੈਂਸ ਤੋਂ ਵੀ ਇਨਫੋਰਮੇਸ਼ਨ ਲੈ ਲਿਓ, ਦੋ ਚਾਰ ਰਿਪੋਰਟਾਂ ਵੀ ਬਣਾ ਲਿਓ, ਸਹੀ ਗਲਤ ਜਿਹੜੀ ਹੈਗੀ ਨੇ, ਹਾਂ ਜੀ ਇਹਨੂੰ ਖਤਰਾ ਹੈਗਾ, ਫਾਈਲ ਦਾ ਢਿੱਡ ਭਰ ਗਿਆ, ਉਹਦੇ ਬਾਅਦ ਕਹਿ ਦਿੱਤਾ ਜੀ ਹਾਂ ਜੀ ਇਸ ਬੰਦੇ ਨੂੰ ਖਤਰਾ ਹੈਗਾ, ਇਹ ਸਾਰੀ ਹੈਗੀ ਹੈ। ਔਰ ਜਿਹੜੀ ਫਾਈਲਾਂ ਹੈਗੀਆਂ ਦੇ ਆਰ ਆਲ ਓਪਨ ਟੂ ਸਕਰੂਟਨੀ। ਜਿੰਨੇ ਵੀ ਸਕਰੂਟਨਾਈਜ਼ ਕਰਨਾ, ਆਪਕੋ ਆਮ ਬੰਦਾ ਤਾਂ ਨਹੀਂ ਕਰ ਸਕਦਾ, ਜੇ ਕਿਤੇ ਕੋਰਟਸ ਵੱਲੋਂ ਹੁਕਮ ਹੋ ਜਾਏ ਕਿ ਹਾਂ ਜੀ ਸਕਰੂਟਨੀ ਕਰੋ, ਤਾਂ ਕਿ ਉਹਨਾਂ ਦੀ ਫਾਈਲਾਂ ਜਿਹੜੀ ਹੈਗੇ ਨੇ ਪੂਰੀ ਮੁਕੰਮਲ ਹੋਣ। ਅਗਰ ਆਈਡੀਅਲੀ ਤੁਸੀਂ ਗੱਲ ਕਰੋ, ਦੇਖੋ ਕਾਫੀ ਪੈਰਾਮੀਟਰਸ ਹੈਗੇ ਨੇ। ਕਿਸੇ ਵਿਅਕਤੀ ਨੂੰ, ਕਿਸੇ ਇਨਸਾਨ ਨੂੰ, ਕਿਸੇ ਸੰਸਥਾ ਨੂੰ ਖਤਰਾ ਹੋ ਸਕਦਾ ਹੈਗਾ ਟੈਰਰਿਸਟ ਵੱਲੋਂ, ਕਿਸੇ ਨੂੰ ਖਤਰਾ ਹੋ ਸਕਦਾ ਹੈ ਗੈਂਗਸਟਰਸ ਵੱਲੋਂ, ਕਿਸੇ ਨੂੰ ਖਤਰਾ ਹੋ ਸਕਦਾ ਹੈ ਡਰਗ ਸਮਗਲਰਸ ਵੱਲੋਂ, ਕਿਸੇ ਨੂੰ ਖਤਰਾ ਹੋ ਸਕਦਾ ਹੈ ਆਪਣੇ ਹੀ ਡਿਪਾਰਟਮੈਂਟ ਦੇ ਬੰਦਿਆਂ ਤੋਂ ਜਾਂ ਕਿਸੇ ਹੋਰ ਬੰਦਿਆਂ ਤੋਂ, ਕਿਸੇ ਨੂੰ ਹੋ ਸਕਦਾ ਹੈ ਲਾਅ ਐਂਡ ਆਰਡਰ। ਇਹ ਸਾਰੀ ਗੱਲ ਜਿਹੜੀ ਹੈ ਕਿ ਇਟ ਇਜ਼ ਆਲ ਇੱਕ ਪਰਸੈਪਸ਼ਨ ਬਣਾਉਣਾ ਪੈਂਦਾ ਹੈਗਾ, ਔਰ ਅਨਫੋਰਚੂਨੇਟਲੀ ਇਹ ਪਰਸੈਪਸ਼ਨ ਆਮ ਤੌਰ ਤੇ ਸਹੀ ਨਹੀਂ ਬਣਦਾ ਹੈਗਾ। ਫॉर एग्जांपल ਪਿਛਲੇ ਦਿਨੋਂ ਮੇਰੇ ਕੋਲ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਹੈਗੀ ਹੈ, ਇੱਕ ਅੱਧਾ ਬੰਦਾ ਹੈਗਾ ਹੈ, ਉੱਥੋਂ ਆਇਆ ਕਿ ਸੈਂਟਰਲ ਏਜੰਸੀਜ਼ ਨੇ ਕਿਹਾ ਕਿ ਇਹਨੂੰ ਖਤਰਾ ਨਹੀਂ ਹੈਗਾ, ਮਾਮਲਾ ਹਾਈ ਕੋਰਟ 'ਚ ਹੈਗਾ। ਮੈਂ ਕਿਹਾ ਲੈਣਾ ਲੈ ਲਓ ਜੀ, ਪਰ ਜੇ ਮੈਨੂੰ ਕੁਝ ਹੁੰਦਾ ਹੈਗਾ, ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ, ਚੰਡੀਗੜ੍ਹ ਪੁਲਿਸ ਰਿਸਪੌਂਸਿਬਲ ਹੋਗੀ, ਆਮ ਨਾਟ ਗੋਇੰਗ ਟੂ ਮੈਨੂੰ ਪਤਾ ਨਹੀਂ ਕਿ ਉਸ ਏਜੰਸੀ ਨੇ ਕਿਹੜਾ ਪੱਖ ਲਿੱਤਾ ਸੀ। ਇਸ ਕਰਕੇ ਐਗਜ਼ਾਮਪਲ ਦੇ ਰਿਹਾ, ਆਮ ਤੌਰ 'ਤੇ ਤੁਹਾਡੇ ਨਾਲ ਗੱਲ ਕਰਦਾ ਮੈਂ ਸਾਰਾ ਐਗਜ਼ਾਮਪਲ ਦੇ ਕੇ ਗੱਲ ਕਰਦਾ। ਖਤਰਾ ਮੈਨੂੰ, ਤੁਹਾਨੂੰ ਜਾਂ ਕਿਸੇ ਹੋਰ ਇਨਸਾਨ ਨੂੰ ਟੈਰਰਿਸਟ ਵੱਲੋਂ ਹੈਗਾ, ਗੈਂਗਸਟਰ ਵੱਲੋਂ ਹੈਗਾ, ਬਲੈਕ ਮਨੀ ਵੱਲੋਂ ਹੈਗਾ, ਜਿਹੜੇ ਮਾਫੀਆ ਇਹਨੇ ਹੈ, ਕਿਸੇ ਨੇ ਮਾਫੀਆਜ਼ ਐਕਸਪੋਜ਼ ਕੀਤੇ ਉਸ ਪਾਸੋਂ ਖਤਰਾ ਹੈਗਾ, ਕਿਸੇ ਨੇ ਡਰਗ ਦੇ ਬਾਰੇ ਐਕਸਪੋਜ਼ ਕੀਤਾ ਗੱਲ ਹੈਗਾ, ਕਿਸੇ ਦੇ ਕਿਸੇ ਹੋਰ ਪਰਸਨਲ ਰੰਜਿਸ਼ ਹੈਗੀ ਕਿਸੇ ਇੰਪੋਰਟੈਂਟ ਬੰਦੇ ਦੇ ਨਾਲ, ਕਿਸੇ ਰੰਜਿਸ਼ ਹੈਗੀ ਬਾਹੂਬਲੀ ਦੇ ਨਾਲ। ਦੇयर ਆਰ ਸੋ ਮੈਨੀ ਪੈਰਾਮੀਟਰਸ। ਇਹ ਸਾਰੇ ਪੈਰਾਮੀਟਰਸ ਜਿਹੜੇ ਕਿ ਸੈਟ ਪਰਸੈਪਸ਼ਨ ਬਣਾਉਂਦੇ ਹੈਗੇ ਨੇ, ਰੱਬ ਉਹਨਾਂ ਨੂੰ ਅਕਲ ਦੇ, ਸਦਬੁੱਧੀ ਦੇ, ਤੇ ਤਾਂ ਕਿ ਉਹ ਆਬਜੈਕਟਿਵ ਤਰੀਕੇ ਨਾਲ ਗੱਲ ਕਰਨ, ਸਬਜੈਕਟਿਵ ਨਾ ਹੋ। ਕਿ ਆਮ ਤੌਰ ਤੇ ਹੁੰਦੀ ਹੈ ਸਿਕਿਉਰਿਟੀ ਮਿਲਦੀ ਹੈ, ਬੜਾ ਸਬਜੈਕਟਿਵ ਦਾ ਕੰਸੀਡਰੇਸ਼ਨ ਹੋ ਜਾਂਦਾ ਹੈਗਾ, ਦੈਟ ਇਜ਼ ਰੋਂਗ। तो दूसरी गल की किस तरह होता है, देखो एक तो गवर्नमेंट ऑफ इंडिया की लिस्ट होती हैगी है XYZ कैटेगरीज ਜਿਹਦੇ ਚ ਕਿ ਯੈਲੋ ਬੁੱਕ ਕਹਿੰਦੇ ਹੈਗੇ ਨੇ ਉਹਨੂੰ, ਯੈਲੋ ਬੁੱਕ ਦੇ ਨਾਲ ਸਾਫ ਹੋਣਾ ਕਿੰਨੂੰ ਕਿਹੜੀ ਸੁਰੱਖਿਆ ਮਿਲਦੀ, ਉਹਨਾਂ ਦੇ ਪੈਰਾਮੀਟਰਸ ਵੱਖ ਹੈਗੇ ਨੇ। ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ, VVIPs, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਐਟਸੈਟਰਾ, ਉਹਨਾਂ ਦੇ ਪੈਰਾਮੀਟਰਸ ਵੱਖ ਹੈਗੇ ਨੇ। ਕੋਟਾ ਵੱਲੋਂ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਉਹਨਾਂ ਦੇ ਪੈਰਾਮੀਟਰਸ ਵੱਖ ਹੈਗੇ ਨੇ। ਜੇ ਸਟੇਟ ਪੁਲਿਸ ਨੂੰ ਜਾਪਦਾ ਹੈਗਾ ਕਿ ਇਹਨੂੰ ਖਤਰਾ ਹੈਗਾ ਤਾਂ ਪੈਰਾਮੀਟਰ ਵੱਖ ਹੈਗੇ ਨੇ। ਤੇ ਕਾਫੀ ਸਾਰੇ ਪੈਰਾਮੀਟਰਸ ਨੇ, ਇਹ ਕਹਿਣਾ ਔਖਾ ਹੈ ਕਿ ਕਿਸ ਪੈਰਾਮੀਟਰ ਨੂੰ ਲੈ ਕਰਕੇ ਸੁਰੱਖਿਆ ਨੂੰ ਐਨਾਲਾਈਜ਼ ਕਰਨਾ ਚਾਹੀਦਾ ਹੈ, ਸੁਰੱਖਿਆ ਦੇਣੀ ਚਾਹੀਦੀ ਹੈ। ਔਰ ਇਸ ਅਲਟੀਮੇਟ ਡਿਸੀਜਨ ਤੇ ਨੈਚੁਰਲੀ ਕੋਟਾ ਦਾ ਹੁੰਦਾ ਹੈ, ਕਿਉਂਕਿ ਉਹ ਸਾਰਾ ਓਵਰਆਲ ਵਿਊ ਲੈਂਦੇ ਹੈਗੇ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੱਲ ਕੋਈ ਫੈਸਲਾ ਆਇਆ ਹੈਗਾ ਹਾਈ ਕੋਰਟ ਦਾ, ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਬਾਰੇ ਉਹਨਾਂ ਨੇ ਕੋਈ ਕਮੈਂਟਰੀ ਕੀਤੀ, ਕੋਈ ਨਿਰਦੇਸ਼ ਦਿੱਤੇ, ਕੋਈ ਡਾਇਰੈਕਸ਼ਨ ਦਿੱਤੀਆਂ ਹੈਗੀਆਂ ਨੇ। ਆਮ ਸ਼ੋਰ ਦੋਸ ਡਾਇਰੈਕਸ਼ਨਸ ਮਸਟ ਬੀ ਕਰੈਕਟ, ਔਰ ਸਟੇਟ ਪੁਲਿਸ ਨੂੰ ਉਹਨਾਂ ਨੂੰ ਕੰਪਲਾਈ ਉੱਤੇ ਕਰਨਾ ਪਏਗਾ ਜੀ। ਤੇ ਫਿਰ ਤੋਂ ਮੁੱਦੇ ਤੇ ਆਉਂਦੇ ਹੈ ਸਰ, ਜਿਹੜਾ ਇੱਕ ਗਰੁੱਪਸ ਵੱਲੋਂ ਜਿਹੜੀ ਧਮਕੀਆਂ ਦਿੱਤੀ ਜਾ ਰਹੀਆਂ, ਖਾਸ ਕਰ ਜਿਹੜੀ ਦਵਿੰਦਰ ਬੰਬੀਹਾ ਗਰੁੱਪ ਦੀ ਮੈਂ ਗੱਲ ਕਰ ਰਹੀ ਹਾਂ, ਸੋਸ਼ਲ ਮੀਡੀਆ ਦੇ ਇੱਕ ਵਿੱਚ ਪੋਸਟ ਪਾਈ ਜਾਂਦੀ, ਫੇਸਬੁੱਕ ਦੇ ਵਿੱਚ ਪੋਸਟ ਪਾਉਂਦੇ ਹੈ, ਤੇ ਉਸ ਤੋਂ ਬਾਅਦ ਇਹ ਧਮਕੀਆਂ ਪਤਾ ਲੱਗਦੀ ਹੈ ਕਿ ਮਨਕੀਰਤ ਔਲਖ ਨੂੰ ਵੀ ਦਿੱਤੀ ਜਾਂਦੀ, ਜਿਹੜੀ ਕਿ ਪੰਜਾਬੀ ਸਿੰਗਰ ਨੇ, ਤੇ ਇਸ ਤੋਂ ਇਲਾਵਾ ਬਦਲਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲਿੱਤਾ ਜਾਏਗਾ। ਹੁਣ ਇਹ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਕੀ ਇਹਨਾਂ ਉੱਤੇ ਕੋਈ ਨਕੇਲ ਨਹੀਂ ਕਰ ਸਕਦੀ ਪੰਜਾਬ ਪੁਲਿਸ ਜਾਂ ਸੈਂਟਰਲ ਜਿਹੜੀ ਵੀ ਏਜੰਸੀਜ਼ ਹੈ, ਕਿਉਂ ਉਹਨਾਂ ਉੱਤੇ ਕੋਈ ਰੋਕ ਨਹੀਂ ਲਗਾਈ ਜਾਂਦੀ ਕਿ ਆਖਿਰ ਇਹਨਾਂ ਨੂੰ ਕੌਣ ਚਲਾ ਰਿਹਾ ਹੈ, ਕਿੱਦਾਂ ਉਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਹੈ? ਦੇਖੋ, ਚਾਹੇ ਫੇਸਬੁੱਕ ਹੈਗੀ ਹੈ, ਚਾਹੇ ਟਵਿੱਟਰ ਹੈਗਾ, ਜਿੰਨੇ ਵੀ ਸੋਸ਼ਲ ਮੀਡੀਆ ਹੈਗੇ, ਇਹਦੇ ਬਾਰੇ ਕਾਨੂੰਨ ਤੇ ਹੈਗਾ ਹੈ ਕਿ ਜਿਹੜੀ ਏਜੰਸੀਜ਼ ਉਹਨਾਂ ਜਿਹੜੀ ਕਿ ਨਾਟ ਏਜੰਸੀ, ਜਿਹੜੀ ਕਿ ਅਥਾਰਟੀਜ਼ ਉਹਨਾਂ ਨੂੰ ਚਲਾ ਰਹੀਆਂ ਹੈਗੀਆਂ, ਉਹਨਾਂ ਦੇ ਗਵਰਨਿੰਗ ਬੋਡੀਜ਼ ਜਿਹੜੀ ਹੈਗੀਆਂ ਨੇ, ਇਲੈਕਟਿਡ ਹੁੰਦੀਆਂ ਨੇ, ਉਹਨਾਂ ਨੂੰ ਅਪਰੋਚ ਕਰਨਾ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹਦਾ ਗਲਤ ਅਸਰ ਪੈ ਸਕਦਾ ਹੈ। ਬੇਸਿਕਲੀ ਐਜ਼ ਅ ਪੁਲਿਸ ਆਫਿਸਰ ਮੈਂ ਤਾਂ ਸਮਝਣਾ ਹੈਗਾ ਹੈ, ਸਹੀ ਸਮਝਣਾ ਗਲਤ ਸਮਝਣਾ ਮੈਨੂੰ ਨਹੀਂ ਪਤਾ, ਡੈਟਰੈਂਸ ਜ਼ਰੂਰੀ ਹੈਗਾ। ਜੇ ਕਿਸੇ ਪਾਸੋਂ ਖਤਰਾ ਆ ਰਿਹਾ ਹੈਗਾ ਕਿ ਜੀ ਅਸੀਂ ਇਹ ਕਰਾਂਗੇ, ਚਾਹੇ ਬੰਬੀਹਾ ਗਰੁੱਪ ਹੈਗਾ, ਬਿਸ਼ਨੋਈ ਗਰੁੱਪ ਹੈਗਾ, ਵੈਦਰ ਇਟ ਇਜ਼ ਯੋਰ ਭਗਵਾਨਪੁਰੀਆ ਗੈਂਗ ਹੈਗਾ, ਵਾਟਐਵਰ ਇਟ ਇਜ਼, ਜਿੱਥੇ ਵੀ ਖਤਰਾ ਆਉਂਦਾ ਮੈਂ ਤਾਂ ਸਮਝਣਾ ਇਟ ਇਜ਼ ਅਬਾਊਟ ਟਾਈਮ ਕਿ ਤੁਸੀਂ ਚੱਕ ਲਿਓ ਸਾਰਿਆਂ ਨੂੰ, ਬਾਕੀ ਬਾਅਦ 'ਚ ਵੇਖਿਆ ਜਾਊਗਾ।
ਦਿਸ ਇਜ਼ ਅਬਾਊਟ ਟਾਈਮ ਕਿ ਉਹਨਾਂ ਦਾ ਸ਼ਿਕਾਰ ਵੀ ਡਰਨਾ ਚਾਹੀਦਾ ਹੈਗਾ। अब देखो ਤੁਹਾਡੇ ਸਕਰੀਨ ਦੇ ਵਿੱਚ ਆ ਰਹੇ ਹੈਗੇ ਨੇ ਕੋਈ ਟੈਰਰਿਸਟ ਦੀ ਤਸਵੀਰਾਂ, ਵੇਖਣ ਜੇ ਸਾਰੇ ਇਸ ਤਰ੍ਹਾਂ ਦੇ ਬੱਚੇ ਲੱਗਦੇ ਹੈਗੇ ਨੇ ਜਿਸ ਤਰ੍ਹਾਂ ਕਿ ਉਹ ਤੇ ਕਦੇ ਇਸ ਪਾਸੇ ਜਾ ਵੀ ਨਹੀਂ ਸਕਦੇ ਕਿ ਇਹ ਦੇਖੋ ਜਿਹੜੀ ਪਿਕਚਰ ਤੁਹਾਡੇ ਤੇ ਆਈ ਹੈਗੀ। ਆਲ ਦਿਸ ਥਿੰਗਸ ਆਰ ਬੈਡ। ਕਿਸ ਤਰੀਕੇ ਨਾਲ ਬੱਚੇ ਇਸ ਪਾਸੇ ਚਲੇ ਜਾਂਦੇ ਹੈਗੇ ਨੇ, ਇਹਦੀ ਐਨਾਲਿਸਿਸ ਕਦੇ ਹੋਰ ਬਾਅਦ ਚ ਕਰਾਂਗੇ। ਬਟ ਦਿਸ ਇਜ਼ ਅਬਾਊਟ ਟਾਈਮ ਜਿਹੜੇ ਵੀ ਟੈਰਰਿਸਟ ਹੈਗੇ ਨੇ, ਜਿਹੜੇ ਵੀ ਇਹ ਹੈਗੇ ਨੇ, ਔਰ ਜਿਹੜੇ ਅੱਜ ਦੇ ਜ਼ਮਾਨੇ ਦੇ ਜਿਹੜੇ ਹੁੰਦੇ ਨੇ ਗੈਂਗਸਟਰਸ ਆ ਰਹੇ ਨੇ, ਇਹਨਾਂ ਨੂੰ ਸਿੱਧੀ ਥਾਪੀ ਮਿਲ ਰਹੀ ਹੈਗੀ ਹੈ। ਜਿਹੜੇ ਕਿ ਟੈਰਰਿਸਟ ਬਾਹਰ ਬੈਠੇ ਹੈਗੇ ਨੇ, ਜਿਹੜੇ ਕਿ ਮਿਲੀਟੈਂਟਸ, ਸੈਕਸ ਮਿਲੀਟੈਂਟਸ ਬਾਹਰ ਬੈਠੇ ਹੈਗੇ ਨੇ, ਉਹਨਾਂ ਨੂੰ ਹਰ ਤਰੀਕੇ ਦਾ ਸਪੋਰਟ ਵੀ ਮਿਲ ਰਿਹਾ ਹੈਗਾ। ਜਿਹੜਾ ਇੱਕ ਕੀਤਾ ਜਾਗਤਾ ਐਗਜ਼ਾਮਪਲ ਮੂਸੇਵਾਲਾ ਦਾ ਹੈਗਾ, ਜਿਹਦੇ ਵਿੱਚ ਬਰਾੜ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਬੈਠਾ ਹੈਗਾ, ਉਹਦਾ ਸਪੋਰਟ ਹਰ ਤਰੀਕੇ ਦਾ ਨਾਲ ਕਰ ਰਿਹਾ ਹੈਗਾ। ਸੋ ਦਿਸ ਇਜ਼ ਅ ਟਾਈਮ ਜਦੋਂ ਕਿ ਪੁਲਿਸ ਹੈਜ਼ ਟੂ ਐਕਟ ਐਜ਼ ਸਿੰਪਲ ਐਜ਼ ਦੈਟ। ਦੈਟ ਇਜ਼ ਦ ਬੋਟਮ ਲਾਈਨ। ਇਫ ਪੁਲਿਸ ਡਸਨਟ ਐਕਟ, ਤੇ ਜਿਹੜੇ ਹੈਗੇ ਨੇ ਇਹਨਾਂ ਦੇ ਸੀਨੇ ਉਹਨਾਂ ਦੇ ਜਿਹੜੇ ਹੈਗੇ ਨੇ ਵੱਧਦੇ ਜਾਂਦੇ ਹੈਗੇ। ਤੁਸੀਂ ਦੱਸਿਆ ਕਿ ਬਠਿੰਡੇ ਦੇ ਵਿੱਚ ਕੁਝ ਹੋਇਆ ਪਿਛਲੇ ਦਿਨਾਂ 'ਚ, ਮੈਨੂੰ ਪਤਾ ਹੈਗਾ ਫਿਰੋਜ਼ਪੁਰ ਦੇ ਵਿੱਚ ਹੋਇਆ ਸੀ। ਜੀ ਉੱਥੇ ਜਿਹੜਾ ਇੱਕ ਪਰਟੀਕੂਲਰ ਸੁਪਰਿੰਟੈਂਡੈਂਟ था, ਉਹਨੂੰ ਤੇ ਸ਼ਾਇਦ ਉਹਨਾਂ ਨੇ ਕੁੱਟ ਵੀ ਦਿੱਤਾ ਸੀ ਜੇਲ੍ਹ ਦੇ ਵਿਚਕਾਰ। ਇੱਕ ਵਾਰਡਰ ਸੀ, ਉਹਦੀ ਲੱਤ ਬੰਨ੍ਹ ਦਿੱਤੀ ਸੀ। ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਚਾਹੇ ਜੇਲ੍ਹਾਂ 'ਚ ਹੈਗੇ ਨੇ ਜਾਂ ਬਾਹਰ ਜਿਹੜੇ ਬੈਠੇ ਹੈਗੇ ਨੇ, ਇਟਸ ਅਬਾਊਟ ਟਾਈਮ ਕਿ ਇਹਨਾਂ ਨੂੰ ਨਕੇਲ ਤੇ ਪਾਣੀ ਪਏਗੀ, ਵਰਨਾ ਸਮਾਜ ਦਾ ਜਿਹੜਾ ਹੈਗਾ, ਸੋਸਾਇਟੀ ਦਾ ਵੱਡਾ ਬਿਠਾ ਦੇਣਗੇ। ਆਈ ਥਿੰਕ ਫਿਰ ਮੈਂ ਸ਼ਾਇਦ ਕੁਝ ਜ਼ਿਆਦਾ ਹੀ ਗੱਲ ਕਰ ਰਿਹਾ। ਯੋਗੀ ਦਾ ਮਾਡਲ ਲਿਆਓ, ਯੋਗੀ ਆਦਿੱਤ ਦਾ ਮਾਡਲ ਲਿਆਓ, ਤੇ ਜਿਹੜਾ ਯੂਪੀ ਦਾ ਹੈਗਾ। ਮੇਰਾ ਅਗਲਾ ਸਵਾਲ ਇਹੀ ਸੀਗਾ, ਯੂਪੀ ਦੇ ਵਿੱਚ ਕਈ ਗੈਂਗਸਟਰ ਜਦ ਯੋਗੀ ਆਦਿੱਤਿਆਨਾਥ ਸੀਐਮ ਬਣੇ ਸੀ, ਤੇ ਕਈ ਗੈਂਗਸਟਰ ਜਿਹੜੇ ਹੈ ਖੁਦ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀ ਕਿ ਸਾਨੂੰ ਜਿਹੜਾ ਹੈ ਅਰੈਸਟ ਕਰ ਲਓ। ਬਿਲਕੁਲ ਠੀਕ ਹੈਗਾ। ਅਬ ਹੁਣ ਵੀ ਜਿਹੜਾ ਦੇਖੋ ਇਹ ਗੈਂਗਸਟਰ ਜਿਹੜੀ ਇੰਟਰਟ ਹੈ, ਗੈਂਗ ਰਾਈਵਲਰੀ ਦੀ ਜਿਹੜੀ ਮਿਲ ਰਹੀ ਹੈਗੀ ਹੈ ਧਮਕੀਆਂ, ਇਹ ਉਸ ਗੈਂਗ ਨੂੰ ਦੇ ਰਿਹਾ, ਉਸ ਗੈਂਗ ਨੂੰ ਦੇ ਰਿਹਾ। ਇਟ ਇਜ਼ ਅਬਾਊਟ ਟਾਈਮ ਕਿ ਗੈਂਗਸਟਰਸ ਇਹ ਵੀ ਸੋਚਣ ਕਿ ਉਹ ਕੀ ਚਾਹੁੰਦੇ ਹੈਗੇ। ਜੇ ਉਹ ਚਾਹੁੰਦੇ ਹੈਗੇ ਨੇ ਕਿ ਉਹ ਜਿੰਦਾ ਰਹਿਣ, ਜਾ ਕੇ ਪੁਲਿਸ ਦੇ ਕੋਲ ਜਾ ਕੇ ਆਤਮ ਸਮਰਪਣ ਕਰ ਦਿਓ, ਸਰੈਂਡਰ ਕਰ ਦਿਓ, ਥਾਣੇ 'ਚ ਜਾ ਕੇ ਖੜੇ ਹੋ ਜਾਓ। ਇਹ ਪੁਲਿਸ ਦਾ ਕੰਮ ਹੈਗਾ, ਫਿਰ ਉਹਨਾਂ ਨੂੰ ਕਿਸ ਤਰ੍ਹਾਂ ਸੁਰੱਖਿਆ ਦਿੱਤੀ ਜਾਏ। ਜੇ ਬਾਹਰ ਹੈਗਾ ਕੋਈ ਛੁਪਾ ਕੇ ਲੋਕ ਛੁਪਾ ਕੇ ਜੇ ਗੋਲੀ ਚਲਾਉਂਦਾ ਹੈਗਾ, ਤਾਂ ਉਹ ਤੇ ਗੱਲ ਆ ਜਾਂਦੀ ਹੈ। ਪਰ ਸ਼ਸ਼ੀਕਾਂਤ ਸਰ, ਸਵਾਲ ਇਹ ਹੈ ਨਾ ਕਿ ਯੂਪੀ ਤਾਂ ਬਹੁਤ ਵੱਡੀ ਸਟੇਟ ਹੈ, ਜਦ ਉੱਥੇ ਕੰਟਰੋਲ ਹੋ ਸਕਦਾ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਕੰਟਰੋਲ ਨਹੀਂ ਕਰ ਪਾਉਂਦੇ ਗੈਂਗਸਟਰਵਾਦ ਨੂੰ? ਪ੍ਰੀਸਾਈਸਲੀ ਹੋ ਸਕਦਾ ਹੈ। ਲੇਕਿਨ ਮੈਂ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਪਹਿਲੇ ਵੀ, ਯੂਪੀ ਦੇ ਵਿੱਚ ਵੀ ਹੁੰਦਾ ਸੀ। ਜਿਹੜੇ ਪ੍ਰੋਟੈਕਸ਼ਨ ਦੀ ਗੱਲ ਕੀਤੀ, ਯੂਪੀ ਦੇ ਵਿੱਚ ਵਰਡ ਅਸ ਕਹਿੰਦੇ ਸੀ, ਇਸਤੇਮਾਲ ਕਰਦੇ ਤੇ ਬਾਹੂਬਲੀ। ਉੱਥੋਂ ਹੀ ਜਿਹੜਾ ਹੈਗਾ ਗੈਂਗਸਟਰ ਦਾ ਸ਼ੁਰੂਆਤ ਹੁੰਦੀ ਹੈਗੀ। ਉਹਨੂੰ ਪ੍ਰੋਟੈਕਸ਼ਨ ਮਿਲਦਾ ਹੈ ਕਿਸੇ ਦਾ, ਚਾਹੇ ਪੁਲਿਸ ਦਾ ਹੈਗਾ, ਚਾਹੇ ਸੈਕਸ਼ਨ ਆਫ ਪੋਲਿਟਿਕਸ ਦਾ ਹੈਗਾ, ਸਮਾਜ ਦੇ ਕਿਸੇ ਹੋਰ ਵਿਅਕਤੀ ਬਗੈਰ ਪ੍ਰੋਟੈਕਸ਼ਨ ਦੇ ਕਿਸੇ ਦੀ ਇੰਨੀ ਹਿੰਮਤ ਨਹੀਂ ਆਉਂਦੀ ਹੈਗੀ। ਜੀ ਕਹਿੰਦੇ ਨਾ ਕਿ ਪੰਜਾਬੀ ਜਿਹਨੂੰ ਕਹਿੰਦੇ ਕਿ ਕੋਈ ਨਾ ਕੋਈ ਥਾਪੀ ਦੇਣ ਵਾਲਾ ਤਾਂ ਹੀ ਸੀਨਾ ਜਿਹੜਾ ਹੈਗਾ ਇਹਨਾਂ ਦਾ ਚੌੜਾ ਹੋ ਜਾਂਦਾ ਹੈਗਾ। ਤੇ ਠੀਕ ਹੈ, ਇਟਸ ਅਬਾਊਟ ਟਾਈਮ ਕਿ ਇੱਕ ਜਿਹੜਾ ਮੂਸੇਵਾਲਾ ਦੇ ਪਾਰਟ ਇਨਵੈਸਟੀਗੇਸ਼ਨ ਹੋਇਆ ਹੈਗਾ, ਇਟਸ ਅਬਾਊਟ ਟਾਈਮ ਕਿ ਸਾਰੀ ਫਾਈਲਾਂ ਖੋਲੋ, ਉਹਨਾਂ ਨੂੰ ਹੋਲ ਕਰੋ। ਉਹਨਾਂ ਦੀ ਜਿਹੜੇ ਬੰਦੇ ਹੈਗੇ ਨੇ, ਉਹਨਾਂ ਦੇ ਐਸੋਸੀਏਟਸ, ਉਹਨਾਂ ਨੂੰ ਜਿਹੜੇ ਕਿ ਉਹਨਾਂ ਨੂੰ ਜਿਹਨੂੰ ਮਦਦ ਕਰਦੇ ਸਨ, ਜਿਨ੍ਹਾਂ ਤੋਂ ਪੈਸੇ ਦਿੰਦੇ ਸਨ, ਜਿਨ੍ਹਾਂ ਦੇ ਕੋਲ ਛੁੱਟਦੇ ਸਨ, ਜਿਨ੍ਹਾਂ ਨੂੰ ਇਹ ਕੰਮ ਕਰਦਾ ਸੀ, ਇਹ ਸਾਰੇ ਹੈਗੇ ਨੇ, ਉਹਨੂੰ ਚੱਕ ਕੇ ਅੰਦਰ ਕਰੋ। ਤਾਂ ਇੱਕ ਮੈਸੇਜ ਵੀ ਦੇ ਦਿਓ, ਭਾਈ ਜਿਹਨੇ ਸਰੈਂਡਰ ਕਰਨਾ ਪੁਲਿਸ ਤੋਂ ਆ ਕੇ ਸਰੈਂਡਰ ਕਰ ਦਿਓ। ਵਿਲ ਇਨਸ਼ੋਰ ਦੈਟ ਤੁਹਾਨੂੰ ਕੁਝ ਨਹੀਂ ਹੋਏਗਾ, ਸਭ ਲੀਗਲੀ ਕੰਮ ਚੱਲੇਗਾ। ਅਦਰਵਾਈਜ਼ ਬਾਹਰ ਤੁਹਾਨੂੰ ਪਤਾ ਗੈਂਗਸਟਰ ਕਿਹੜਾ ਕਿੱਥੇ ਛੁਪ ਕੇ ਵਾਰ ਕਰਦਾ, ਕਿੱਥੇ ਛੁਪ ਕੇ ਵਾਰ ਨਹੀਂ ਕਰਦਾ। ਸਰ, ਤੁਸੀਂ ਆਪ ਵੀ ਕਾਫੀ ਗੈਂਗਸਟਰਸ ਦੇ ਨਾਲ ਤੁਹਾਡਾ ਪਾਲਾ ਪੜਿਆ। ਇਹ ਜਿਹੜੀ ਦੁਨੀਆ ਹੈ, ਦੇਖਣ 'ਚ ਕਾਫੀ ਲੋਕ ਇਹਨਾਂ ਨੂੰ ਫੋਲੋ ਵੀ ਕਰਦੇ ਆ, ਲੇਕਿਨ ਇਸ ਦੁਨੀਆ ਦੇ ਵਿੱਚ ਆਉਣਾ ਕਿੰਨਾ ਕੀ ਆਸਾਨ ਹੈ, ਤੇ ਵਾਪਸ ਜਿਹੜਾ ਕਹੀਏ ਕਿ ਬੈਕ ਟੂ ਨੋਰਮਲ ਲਾਈਫ ਆਉਣਾ ਕਿੰਨਾ ਕਿ ਡਿਫਿਕਲਟ ਹੈ? ਇਹ ਜਾਣਾ ਤੇ ਬਹੁਤ ਆਸਾਨ ਹੈਗਾ। ਇਹ ਹੁੰਦੀ ਕੀ ਹੈਗੀ, ਚਮਕ ਹੈਗੀ ਹੈ ਪੈਸੇ ਦੀ, ਚਮਕ ਹੈਗੀ ਹੈ ਉਸ ਸੋ ਕਾਲ ਚੰਗੀ ਲਾਈਫ ਦੀ, ਇੱਕ ਇੱਛਾ ਹੈਗੀ ਹੈ ਕਿ ਹਾਂ ਜੀ ਉਹ ਲੰਮੀ ਲੰਮੀ ਗੱਡੀਆਂ ਤੇ ਚਮਕਦੀ ਗੱਡੀਆਂ ਤੇ 5 ਸਟਾਰ ਹੋਟਲਾਂ ਦੇ ਵਿੱਚ ਜਾ ਕੇ ਦਾਰੂ ਪੀ ਰਹੇ ਹੋ, ਐਸ਼ ਕਰ ਰਹੇ ਹੋ, ਵਗੈਰਾ ਵਗੈਰਾ। ਪਰ ਜਿਹੜਾ ਬੱਚਾ ਇਸ ਦੁਨੀਆ ਦੇ ਵਿੱਚ ਆ ਜਾਂਦਾ ਹੈਗਾ, ਇਹਨੂੰ ਵਾਪਸ ਆਉਣਾ ਬਹੁਤ ਔਖਾ ਕੰਮ ਹੈਗਾ। ਜਦੋਂ ਤੱਕ ਉਸ ਆਪ ਜਾ ਕੇ ਪੁਲਿਸ ਦੇ ਕੋਲ, ਅਥਾਰਟੀਜ਼ ਦੇ ਕੋਲ ਜਾ ਕੇ ਸਰੈਂਡਰ ਨਾ ਕਰਦੇ, ਤੇ ਉੱਥੇ ਕਸਮ ਚੁੱਕੋ। ਤੁਸੀਂ ਦੇਖੋ ਮੱਧ ਪ੍ਰਦੇਸ਼ ਵਗੈਰਾ ਦੇ ਵਿੱਚ ਕੀ ਹੋਇਆ ਸੀ, ਜਿਹੜੇ ਡਾਕੂ ਹੁੰਦੇ ਸਨ, ਉਹਨਾਂ ਨੇ ਜਿਹੜਾ ਹੈਗਾ ਵਿਨੋਬਾ ਭਾਵੇ ਤੇ ਦੂਜੇ ਜਿਹੜੇ ਇਸ ਤਰ੍ਹਾਂ ਦੇ ਵੱਡੇ ਲੀਡਰ ਸਨ, ਉਹਨਾਂ ਦੇ ਕੋਲ ਜਾ ਕੇ ਆਤਮ ਸਮਰਪਣ ਕੀਤਾ ਸੀ। ਉਹ ਸਾਰੇ ਰਿਸੈਟਲ ਕੀਤੇ ਗਏ, ਚੰਗੇ ਉਹਨਾਂ ਦੇ ਬੱਚੇ ਚੰਗੇ ਚੱਲ ਰਹੇ ਹੈਗੇ ਨੇ, ਚੰਗੀ ਚੰਗੀ ਨੌਕਰੀਆਂ ਦੇ ਵਿੱਚ ਵੀ ਕੁਛ ਆ ਗਏ ਹੈਗੇ ਨੇ ਕਾਫੀ ਸਾਰੇ। ਦਿਸ ਇਜ਼ ਦਾ ਟਾਈਮ ਜਦੋਂ ਸਰਕਾਰ ਵੱਲੋਂ ਵੀ ਇੱਕ ਓਪਨ ਜੀ ਗੱਲ ਹੋਣੀ ਚਾਹੀਦੀ ਹੈਗੀ ਹੈ ਕਿ ਜਿਹਨੂੰ ਸਰੈਂਡਰ ਕਰਨਾ ਹੈਗਾ, ਪਲੀਜ਼ ਸਰੈਂਡਰ ਕਰ ਦਿਓ। ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋਏਗੀ, ਜ਼ਿਆਦਤੀ ਨਹੀਂ ਹੋਏਗੀ, ਕੋਈ ਫਾਲਤੂ ਦੀ
3rd ਡਿਗਰੀ ਕੋਈ ਟਨਕੱਟਾ ਜਿਹੜੀ ਹੈਗੀ ਨਹੀਂ ਹੋਏਗੀ। ਦੈਟਸ ਅਬਾਊਟ ਟਾਈਮ ਤੇ ਬੱਚਿਆਂ ਦੇ ਕੋਲ ਮੈਂ ਸਮਝਦਾ ਹੈਗਾ ਸਕੂਲਾਂ ਦੇ ਵਿੱਚ ਵੀ ਇਹ ਐਜੂਕੇਸ਼ਨ ਜਾਣੀ ਚਾਹੀਦੀ ਹੈ ਕਿ ਕਾਕਾ ਜੇ ਤੁਸੀਂ ਉਸ ਚਮਕ ਦਮਕ ਦੇ ਕਰਕੇ ਤੁਸੀਂ ਉਸ ਪਾਸੇ ਜਾਣ ਦੀ ਕੋਈ ਕੋਸ਼ਿਸ਼ ਕਰਦਾ ਹੈਗਾ ਉੱਥੋਂ ਵਾਪਸ ਆਉਣ ਦਾ ਕੋਈ ਰਾਹ ਨਹੀਂ ਹੈਗਾ। ਅਲਟੀਮੇਟਲੀ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈਗਾ, ਉਹਨਾਂ ਦੇ ਮਾਪਿਆਂ ਦਾ ਵੀ ਨੁਕਸਾਨ ਹੁੰਦਾ ਹੈਗਾ ਜੀ। ਜਿਹਦਾ ਕਿ ਕੋਈ ਇੱਕ ਕੋਈ ਮਤਲਬ ਨਹੀਂ ਹੈਗਾ। ਇਟਸ ਜਸਟ ਅ ਯੂਜ਼ਲੈਸ ਐਕਸਰਸਾਈਜ਼, ਯੂਜ਼ਲੈਸ ਥਿੰਗ। ਹੂੰ। ਪਰ ਇਹ ਚੀਜ਼ਾਂ ਅਸੀਂ ਦੇਖਦੇ ਵੀ ਆਏ ਹੈ ਕਿ ਗੈਂਗਸਟਰਵਾਦ ਨੂੰ ਲੈ ਕੇ ਕਿਤੇ ਨਾ ਕਿਤੇ ਕਈ ਵਾਰੀ ਗਲੋਰੀਫਾਈ ਵੀ ਕੀਤਾ ਜਾਂਦਾ ਹੈ। ਹੁਣ ਗੱਲ ਕਰੀਏ ਨਕੇਲ ਕਸਣ ਦੀ ਗੱਲ ਕਰਦੇ ਹਾਂ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਤਾਂ ਸਰਕਾਰ ਨੇ ਬਣਾਈ ਹੈ, ਉਸ ਨੂੰ ਲੈ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸੁਧਾਰ ਘਰਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਬਣਾਏ ਗਏ ਨੇ, ਜੇਲ੍ਹਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਪੜ੍ਹਾਇਆ ਵੀ ਜਾ ਰਿਹਾ, ਲੇਕਿਨ ਬਾਵਜੂਦ ਇਸ ਦੇ ਜਿਹੜਾ ਇੱਕ ਕਹੀਏ ਕਿ ਇਹਨਾਂ ਵਿੱਚੋਂ ਬਦਲਾਵ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਹੈ। ਤੇ ਹਰ ਦਿਨ ਅਸੀਂ ਦੇਖਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਹੀ ਲੜਾਈ ਝਗੜੇ ਹੋ ਰਹੇ ਹੈ, ਕਾਫੀ ਵੀਡੀਓਜ਼ ਵਾਇਰਲ ਆਉਂਦੀ ਹੈ, ਜੇਲ੍ਹਾਂ ਵਿੱਚੋਂ ਲਾਈਵ ਹੋ ਰਹੇ ਨੇ, ਜੇਲ੍ਹਾਂ ਦੀ ਫੋਟੋਆਂ ਬਾਹਰ ਆਉਂਦੀਆਂ, ਬ੍ਰਾਂਡਡ ਕੱਪੜੇ ਪਾ ਕੇ ਫੋਟੋਆਂ ਸਾਰੇ ਪਾ ਕੇ ਬਾਹਰ ਆਉਂਦੇ ਨੇ। ਇਹ ਸਾਰੀ ਚੀਜ਼ਾਂ ਕਿੱਦਾਂ ਖਤਮ ਹੋਏਗੀ ਤੇ ਇਹ ਰਿਐਲਿਟੀ ਕਦ ਸਰਕਾਰ ਮੰਨੇਗੀ ਕਿ ਹੱਲੇ ਵੀ ਜਿਹੜਾ ਹੈ ਸਰਕਾਰ ਨੂੰ ਕੰਮ ਕਰਨ ਦੀ ਲੋੜ ਹੈ ਜੇਲ੍ਹਾਂ ਦੇ ਵਿੱਚ? ਦੇਖੋ ਬੀਬਾ ਜੀ ਇਹ ਜੇਲ੍ਹਾਂ ਜਿਹੜੀ ਹੈਗੀਆਂ ਆਮ ਤੌਰ ਤੇ ਵਿੱਚ ਸੁਧਾਰ ਕਰਨੀ ਹੈਗੇ ਤੇ ਵਿਗਾੜ ਕਰਨਾ ਹੈਗਾ। ਉੱਥੇ ਜਾ ਕਰਕੇ ਬੰਦਾ ਜਿਹੜਾ ਹੈਗਾ ਹੈ, ਜਿਹੜੇ ਹਾਰਡਨ ਕ੍ਰਿਮੀਨਲ ਹੈਗੇ ਨੇ, ਕਿਸੇ ਬੱਚੇ ਨੂੰ ਵੀ ਤੁਸੀਂ ਹਾਰਡਨ ਕ੍ਰਿਮੀਨਲ ਦੇ ਨਾਲ ਰੱਖਦੇ ਹੋ ਤੇ ਹੀ ਆਲਸੋ ਗੋ ਬੈਕ। ਔਰ ਦੂਜੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈਗੀ ਹੈ, ਲੜਾਈ ਝਗੜਾ, ਵੀਡੀਓ ਦੀ ਰਿਕਾਰਡਿੰਗ ਹੋ ਰਹੀ ਹੈਗੀ ਹੈ, 8,000 ਦੀ 9-9 10,000 ਦੇ ਕੱਪੜੇ ਪਾਏ ਜਾ ਰਹੇ ਹੈਗੇ ਨੇ। ਇਹਦੇ ਲਈ ਜਿਹੜੇ ਉਸ ਜੇਲ੍ਹ ਦੇ ਵਿੱਚ ਬੰਦੇ ਹੈਗੇ ਨੇ, ਜਿਹੜੇ ਆਫੀਸਰਸ ਹੈਗੇ ਨੇ, ਉਹਨਾਂ ਨੂੰ ਕਿੰਨੇ ਕੁ ਫਾਹੇ ਲਾਏ ਗਏ ਹੈਗੇ ਨੇ ਕਿ ਜੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈਗੀ, ਇਹਨੇ ਫਲੈਸ਼ੀ ਕੱਪੜੇ ਤੇ ਇਸ ਤਰ੍ਹਾਂ ਦੀ ਲਗਜ਼ਰੀਜ਼ ਜੇਲ੍ਹਾਂ ਦੇ ਵਿਚਕਾਰ ਜਾ ਰਹੀ ਲਗਜ਼ਰੀਜ਼ ਉੱਤੋਂ ਅਸਮਾਨ ਤੇ ਨਹੀਂ ਟਪਕਦੀਆਂ ਰੱਬ ਵੱਲੋਂ। ਕੋਈ ਹੱਥ ਹੈਗਾ ਹੈ, ਕੋਈ ਇਨਸਾਨ ਹੈਗਾ ਹੈ, ਕੋਈ ਬੰਦਾ ਹੈਗਾ ਜਿਹੜੇ ਕਿ ਚੀਜ਼ਾਂ ਨੂੰ ਜਾ ਕੇ ਮੁਹੱਈਆ ਕਰਾਉਂਦਾ ਹੈਗਾ। ਮੈਨੂੰ ਨਹੀਂ ਪਤਾ ਕਿੰਨੇ ਕੋਈ ਹੈਗੇ ਨੇ। ਜੇਲ੍ਹਾਂ ਦੀ ਤੁਸੀਂ ਹੋਰ ਗੱਲ ਕਰੋ, ਜੇਲ੍ਹਾਂ ਦੇ ਵਿੱਚ ਟ੍ਰਾਂਸਫਰ ਪਾਲਿਸੀਜ਼ ਕੀ ਹੈਗੀਆਂ ਨੇ। ਕਈ ਵਾਰੀ ਮੈਂ ਵੇਖਿਆ ਸੀ ਜਦੋਂ ਮੈਂ ਸਰਵਿਸ ਦੇ ਵਿੱਚ ਸੀ, ਕੋਈ ਬੰਦਾ ਕਿਸੇ ਥਾਂ ਤੇ ਭਰਤੀ ਹੋਇਆ, ਉੱਥੇ ਸਾਰੀ ਜ਼ਿੰਦਗੀ ਉਹਦੀ ਨੌਕਰੀ ਰਹੀ ਤੇ ਉੱਥੇ ਰਿਟਾਇਰ ਹੋ ਗਿਆ। ਜਿਹੜੀ ਇੰਨੀ ਲੰਬੀ ਟੈਨਿਓਰ ਹੋ ਜਾਏਗੀ ਤੇ ਉਹਦੇ ਫਿਰ ਆਪਣੇ ਵੈਸਟਡ ਇੰਟਰਸਟ ਤੇ ਹੋਈ ਜਾਣਗੇ। ਜਿੱਥੇ ਬੰਦਾ ਰਹਿੰਦਾ ਹੈਗਾ ਉਹਦੀ ਜਾਣ ਪਛਾਣ ਹੁੰਦੀ ਹੈ, ਸਹੀ ਗਲਤ ਹੈਗੀ, ਦੋਸਤੀ ਹੁੰਦੀ ਹੈ, ਸਹੀ ਹੈ ਗਲਤ ਹੈ, ਲਿੰਕਸ ਬੰਦੇ ਨੇ ਚਾਹੇ ਸਹੀ ਹੈਗੇ ਨੇ ਚਾਹੇ ਗਲਤ ਹੈਗੇ ਨੇ। ਇਟਸ ਵੈਰੀ ਇੰਪੋਰਟੈਂਟ। ਇਸੇ ਕਰਕੇ ਸਰਕਾਰਾਂ ਨੇ ਰੱਖਿਆ ਸੀ ਕਿ ਦੇਖੋ ਜਦੋਂ ਬੰਦੇ ਨੂੰ ਕੋਈ ਨੌਕਰੀ ਮਿਲਦੀ ਹੈ ਕਿ ਇੱਕ ਤਾਂ ਉਹਨੂੰ ਪੋਸਟਿੰਗ ਹੋਮ ਟਾਊਨ ਦੀ ਨਹੀਂ ਦਿੱਤੀ ਜਾਵੇ, ਦੂਜੀ ਹੈ ਕਿ ਉਹਨਾਂ ਦੀ ਲਗਾਤਾਰ ਰਿਸ਼ਫਲਿੰਗ ਹੋਣੀ ਚਾਹੀਦੀ ਹੈਗੀ ਹੈ। ਇੱਥੇ ਦਾ ਬੰਦਾ ਉੱਥੇ, ਉੱਥੇ ਦਾ ਬੰਦਾ ਉੱਥੇ, ਤਾਂ ਕਿ ਕਿਸੇ ਦੇ ਕੋਈ ਬੰਦਾ ਝੜਪ ਨਹੀਂ ਨਾ ਪਾ ਸਕੇ ਇਸ ਤਰ੍ਹਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਦੇ ਨਾਲ। ਸਰ ਇੱਕ ਗੱਲ ਹੋਰ ਹੈ, ਪਿਛਲੀ ਸਰਕਾਰ ਦੇ ਵੇਲੇ ਤੁਹਾਨੂੰ ਯਾਦ ਹੋਏਗਾ ਜਦ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਵੀ ਸੀਗੀ ਤੇ ਉਹਨਾਂ ਨੇ ਕਿਹਾ ਸੀ ਕਿ ਜੈਮਰ ਹਰ ਥਾਂ ਤੇ ਲਗਾਏ ਜਾਏਂਗੇ, ਲੇਕਿਨ ਉਹ ਸਿਰਫ ਗੱਲਾਂ ਹੀ ਹੈ। ਹਾਲੇ ਤੱਕ ਫੋਨ ਤਾਂ ਫਿਰ ਵੀ ਫੜੇ ਜਾ ਰਹੇ ਨੇ ਅੰਦਰ, ਸਾਰੇ ਮਹਿੰਗੇ ਤੋਂ ਮਹਿੰਗੇ ਫੋਨ ਅੰਦਰ ਜਾਂਦੇ ਨੇ ਤੇ ਕਾਲਸ ਵੀ ਆਉਂਦੀਆਂ ਨੇ, ਜਿਵੇਂ ਕਿਹਾ ਜਾਂਦਾ ਹੈ ਕਿ ਜਦ ਕਿਡਨੈਪਿੰਗ ਦੀ ਕੋਈ ਕਾਲ ਹੁੰਦੀ ਹੈ ਤੇ ਫਰੋਤੀ ਦੀ ਜਿਹੜੀ ਕਾਲਸ ਉਹ ਜੇਲੋਂ ਵਿੱਚੋਂ ਹੀ ਜਾਂਦੀ ਹੈ। ਇਸੇ ਇਸੇ ਵਾਲੇ ਦੀ ਗੱਲ ਤੁਸੀਂ ਦੇਖ ਲਿਓ ਕਿ ਜਿਹੜਾ ਸਾਰੀ ਗੱਲ ਆ ਰਹੀ ਹੈਗੀ, ਸਾਰੀ ਪਲੈਨਿੰਗ ਜਿਹੜੀ ਹੈਗੀ ਤਿਹਾੜ ਜੇਲ੍ਹ ਤੋਂ ਹੋਈ ਸੀ। ਉੱਥੇ ਵੀ ਕਹਿੰਦੇ ਸਨ ਕਿ ਜੈਮਰ ਹੋਣੇ ਚਾਹੀਦੇ, ਜੋ ਜੈਮਰ ਹੈਗੇ ਤੇ ਮੋਬਾਈਲ ਕਿਸ ਤਰ੍ਹਾਂ ਚੱਲਦਾ। ਜੇ ਪੰਜਾਬ ਦੇ ਵਿੱਚ ਜੈਮਰ ਹੈਗੇ ਨੇ ਤੇ ਕਿਉਂ ਨਹੀਂ ਹੋਏ। ਪਲਾਨ ਤਾਂ ਇਹ ਵੀ ਸੀ ਕਿ ਸਿਰਫ ਜੈਮਰ ਲਾਏ ਜਾਣ। ਪਲਾਨ ਇਹ ਵੀ ਮੈਨੂੰ ਪਤਾ ਹੈਗਾ ਸੀ ਕਿ ਜਿਹੜੇ ਮੁਲਾਜ਼ਮ ਹੈਗੇ ਨੇ ਤੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਵੈਰੀਫਿਕੇਸ਼ਨ ਕੀਤਾ ਜਾਏਗਾ ਏਜੰਸੀਜ਼ ਵੱਲੋਂ। ਪਲਾਨ ਤੇ ਇਹ ਵੀ ਸੀ ਕਿ ਜਿਹੜੇ ਕਿ ਜੇਲ੍ਹਾਂ ਹੈਗੀਆਂ ਨੇ ਇਹਦੇ ਵਿੱਚ ਜਿਹੜੇ ਇੱਕ ਡੌਗ ਸਕੁਆਡ ਹੁੰਦੀ ਹੈ, ਜਿਹੜੀ ਐਂਟੀ ਨਾਰਕੋਟਿਕਸ ਡੌਗ ਸਕੁਆਡ ਹੈਗੀ ਹੈ, ਜੋ ਕਿ ਸਮੈਲ ਕਰਕੇ ਨਾਰਕੋਟਿਕਸ ਵਾਲੇ ਨੇ, ਉਹਨਾਂ ਦਾ ਡਿਪਲੋਇਮੈਂਟ ਹੋਏਗਾ। ਇਹ ਸਾਰੇ ਜਿਹੜੇ ਹੈਗੇ ਨੇ ਬੜੇ ਚੰਗੇ ਰੈਜ਼ੋਲਿਊਸ਼ਨਸ ਹੈਗੇ ਨੇ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੂੰ ਜਦੋਂ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਜਾਏਗਾ ਸਮੱਸਿਆ ਰਹੇਗੀ। ਤੇ ਬਾਕੀ ਗੱਲਾਂ ਵਰਨਾ ਹਵਾ ਦੇ ਵਿੱਚ ਜਿਸ ਤਰ੍ਹਾਂ ਗੱਲਾਂ ਜਿਹੜੀ ਕਰਨੀਆਂ ਹੈਗੀਆਂ ਬਿਲਕੁਲ, ਤੇ ਸਰਕਾਰ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਿਲਕੁਲ ਲੋੜ ਹੈ। ਸਰਕਾਰ ਨੂੰ ਜਿਹੜਾ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਹੈ, ਖਾਸ ਕਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ। ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਜਾਣਕਾਰੀ ਸਾਂਝੀ ਕਰੀ ਕਿ ਕੀ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਤੇ ਬਾਕੀ ਸੂਬਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ। ਲੇਕਿਨ ਇੱਕ ਵੱਡੀ ਗੱਲ ਹੈ, ਵੱਡੇ ਇਨਪੁਟ ਜਿਹੜੇ ਆ ਉਹ ਦਿੱਤੇ ਗਏ ਨੇ ਖਾਸ ਕਰ ਸੈਂਟਰਲ ਏਜੰਸੀ ਵੱਲੋਂ ਕਿ ਗੈਂਗ ਵਾਰ ਹੋ ਸਕਦੀ ਹੈ ਤੇ ਇਸ ਨੂੰ ਲੈ ਕੇ ਸਤਰਕਤਾ ਵਰਤੀ ਜਾਏ। ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਏ ਤੇ ਸਿੱਧੂ ਮੂਸੇਵਾਲਾ ਕਤਲकांड ਤੋਂ
ਬਾਅਦ ਜਦੋਂ ਉਹਨਾਂ ਨੂੰ ਪਹਿਲੀ ਵਾਰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਸੀ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਲਗਾਤਾਰ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਉਹਨਾਂ ਦਾ ਲੈ ਕੇ ਟ੍ਰਾਂਜ਼ਿਟ ਰਿਮਾਂਡ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਫਿਲਹਾਲ ਪੰਜਾਬ ਦੇ ਵਿੱਚ ਨੇ ਤੇ ਇਸ ਕਰਕੇ ਆਸ਼ੰਕਾ ਜਤਾਈ ਗਈ ਹੈ ਕਿ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਜਿਹੜੀ ਹੈ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਜਿਹੜਾ ਹੈ ਬਦਲਾ ਲਿੱਤਾ ਜਾਏਗਾ। ਸ਼ੁਰੂਆਤ ਹੋਈ ਸੀ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਹੈ ਗੋਲਡੀ ਬਰਾੜ ਉਹਨਾਂ ਦਾ ਕੰਮ ਕਰਦਾ ਹੈ ਕੈਨੇਡਾ ਦੇ ਵਿੱਚ ਬੈਠਾ ਉਹਨਾਂ ਨੇ ਜਿਹੜਾ ਹੈ ਕਤਲ ਕਰਵਾਇਆ ਸਿੱਧੂ ਮੂਸੇਵਾਲੇ ਦਾ। ਕਿਹਾ ਗਿਆ ਕਿ ਸ਼ਗਨਪ੍ਰੀਤ ਜਿਹੜਾ ਕਿ ਮੈਨੇਜਰ ਦੱਸਿਆ ਗਿਆ, ਹਾਲਾਂਕਿ ਬਾਅਦ ਵਿੱਚ ਜਿਹੜੇ ਹੈ ਸਿੱਧੂ ਮੂਸੇਵਾਲਾ ਦੇ ਜੇ ਪਿਤਾ ਹੈ ਬਲਕੌਰ ਸਿੰਘ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦਾ ਮੈਨੇਜਰ ਨਹੀਂ ਸੀ ਤੇ ਉਹਨਾਂ ਨੂੰ ਲੱਗਿਆ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਮਾਮਲੇ ਦੇ ਵਿੱਚ ਲਗਭਗ ਸਾਰੇ ਜਿਹੜੇ ਆਰੋਪੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ, ਲੇਕਿਨ ਗੋਲਡੀ ਬਰਾੜ ਜਿਹੜਾ ਕੈਨੇਡਾ ਬੈਠਾ ਉਸ ਨੂੰ ਵੀ ਭਾਰਤ ਲਾਉਣ ਦੀ ਕਵਾਇਦ ਪੰਜਾਬ ਪੁਲਿਸ ਕਰ ਰਹੀ ਹੈ, ਜਿਸ ਦੇ ਲਈ ਸੈਂਟਰ ਨੂੰ ਜਿਹੜਾ ਹੈ ਲਿਖਿਆ ਗਿਆ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਜਿਹੜਾ ਹੈ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਜਾਰੀ ਹੋ ਚੁੱਕਿਆ ਹੈ, ਲੇਕਿਨ ਇਸ ਵਿੱਚ ਇਹ ਅਲਰਟ ਆਣਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਲਈ ਚੁਣੌਤੀ ਹੋ ਸਕਦੀ ਹੈ ਤੇ ਪੰਜਾਬ ਪੁਲਿਸ ਹੁਣ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ। ਪਹਿਲਾਂ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਸੀ ਕਿਉਂਕਿ ਦੋਨਾਂ ਵੱਲੋਂ ਕਿਹਾ ਗਿਆ ਸੀ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਵੱਲੋਂ, ਜਦ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਾਇਆ ਜਾਣਾ ਸੀ ਕਿ ਸਾਨੂੰ ਡਰ ਹੈ ਕਿ ਸਾਡਾ ਐਨਕਾਊਂਟਰ ਕੀਤਾ ਜਾ ਸਕਦਾ ਜਾਂ ਫਿਰ ਗੈਂਗ ਵਾਰ ਹੋ ਸਕਦੀ ਹੈ, ਉਹਨਾਂ ਦੇ ਜਿਹੜੇ ਐਂਟੀ ਗੈਂਗਸ ਨੇ ਉਹਨਾਂ ਨੂੰ ਮਾਰ ਸਕਦੇ ਨੇ, ਇਸ ਕਰਕੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕੋਰਟ ਦੇ ਆਦੇਸ਼ਾਂ ਨੂੰ ਉਹਨਾਂ ਨੂੰ ਜਦ ਵੀ ਪੇਸ਼ ਕੀਤਾ ਜਾਂਦਾ ਹੈ ਤੇ ਭਾਰੀ ਪੁਲਿਸ ਬਲ ਉੱਥੇ ਤੈਨਾਤ ਰਹਿਤੀ ਹੈ। ਇਸ ਤੋਂ ਇਲਾਵਾ ਇਹ ਵੀ ਦੇਖਦੇ ਹਾਂ ਕਿ ਅਸੀਂ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਉੱਥੇ ਮੌਜੂਦ ਰਹਿੰਦੇ ਹਾਂ। ਹਾਲਾਂਕਿ ਇੱਕ ਹੋਰ ਗੱਲ ਦੱਸਦੇ ਹਾਂ ਕਿ ਜਿਹੜੇ ਇਨਪੁਟਸ ਮਿਲੇ ਉਸ ਵਿੱਚ ਕਿਹਾ ਹੈ ਕਿ ਜਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਦੋਵਾਂ ਨੂੰ ਤੇ ਜਿਹੜੇ ਲੋਕ ਇਹਨਾਂ ਨੂੰ ਮਾਰਨਾ ਚਾਹੁੰਦੇ ਹੋ ਕਿਸੇ ਵੀ ਪੇਸ਼ ਵਿੱਚ ਆ ਸਕਦੇ, ਚਾਹੇ ਉਹ ਵਕੀਲ ਹੋ ਆਮ ਜਨਤਾ ਹੋ, ਤੇ ਇਸ ਚੀਜ਼ ਨੂੰ ਦੇਖਣ ਦੀ ਲੋੜ ਹੈ, ਕਾਫੀ ਜ਼ਿਆਦਾ ਸਤਰਕਤਾ ਵਰਤਣੀ ਪਏਗੀ ਜਦ ਉਹਨਾਂ ਨੂੰ ਪੇਸ਼ ਕਰਨਾ ਹੈ ਤੇ ਹੋ ਸਕਦਾ ਹੈ ਕਿ ਅਗਲੀ ਜਦ ਪੇਸ਼ੀਆਂ ਹੋਣ ਦੋਵਾਂ ਦੀ ਤੇ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਪੇਸ਼ ਕੀਤਾ ਜਾਵੇ। ਤੇ ਫਿਲਹਾਲ ਦੇ ਲਈ ਇਹੀ ਅੱਜ ਦਾ ਮੁੱਦਾ ਇਹੀ ਸੀਗਾ ਤੇ ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।